ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਉਹ ਅਲੌਕਿਕ ਸਥਾਨ ਹੈ ਜਿੱਥੇ ਕਲਗੀਆਂ ਵਾਲੇ ਬਾਪੂ ਨੇ ਅਨੇਕਾਂ ਹੀ ਕੌਤਕ ਵਰਤਾਏ। ਖਾਲਸਾ ਪੰਥ ਦੀ ਸਾਜਨਾ ਕੀਤੀ 1699 ਦੇ ਵਿੱਚ, ਤੇ ਉਹਦੇ ਨਾਲ ਨਾਲ ਹੀ ਬਹੁਤ ਜ਼ਿਆਦਾ ਜੰਗਾਂ ਯੁੱਧਾਂ ਦਾ ਸਮਾਂ ਚੱਲਣਾ ਸ਼ੁਰੂ ਹੋਇਆ। ਜੋ ਨਿਉ ਸਤਿਗੁਰਾਂ ਨੇ ਧਰੀ ਸੀ, ਧੀਰਜ ਨਾਲ ਉਹਦਾ ਪ੍ਰਚਾਰ ਕਰਨ ਦਾ ਵੀ ਟਾਈਮ ਭਾਰਤ ਵਰਸ ਦੇ ਵਿੱਚ ਨਹੀਂ ਮਿਲਿਆ। ਐਸਾ ਪਾਵਰਫੁੱਲ ਪੰਥ ਜੋ ਸਭਨਾਂ ਦੇ ਵਿੱਚ ਇੱਕੋ ਜੋਤ ਵੇਖਣ ਵਾਲਾ, ਜਿਹਨੂੰ ਹੁਕਮੀ ਕਲਗੀਆਂ ਵਾਲੇ ਪਾਤਸ਼ਾਹ ਨੇ, ਸਾਹੀ ਸਹਿਨਸਾਹ ਨੇ ਕੀਤਾ ਕਿ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨ ਆਨੈ। ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਐ ਖਾਲਸਾ ਪੰਥ, ਪਹਿਲਾਂ ਤੂੰ ਸੰਤ ਹੈ, ਫਿਰ ਸਿਪਾਹੀ ਹੈ। ਤੇ ਸੰਤ ਦੀ ਪੜ੍ਹਾਈ ਪਹਿਲੀ ਤੋਂ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚੋਂ। ਤੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਜਦੋਂ ਅਸੀਂ ਦਾਖਲਾ ਲੈਂਦੇ ਹਾਂ ਤਾਂ ਉਹ ਅਲੌਕਿਕ ਸੂਤਰ ਨੇ ਜਿਹੜੇ ਸਾਨੂੰ ਸੰਤ ਬਣਾਉਂਦੇ ਨੇ, ਤੇ ਉਹ ਸਿੱਖਿਆ ਪੂਰੀ ਹੁੰਦੀ ਆ। ਸੰਪੂਰਨ ਤੋਂ ਹੋਣ ਤੋਂ ਬਾਅਦ ਫਿਰ ਅਸੀਂ ਸਿਪਾਹੀ ਬਣਦੇ ਹਾਂ। ਫਿਰ ਇੱਕ ਸੰਤ ਸਿਪਾਹੀ ਦਾ ਸੁਮੇਲ, ਵਿਲੱਖਣ ਵਰਦੀਆਂ, ਵਿਲੱਖਣ ਰੋਬ ਦਾਬ, ਵਿਲੱਖਣ ਤਰ੍ਹਾਂ ਦੀ ਅਣਖ ਰੜਕ, ਇੱਕ ਐਸੀ ਵਿਲੱਖਣਤਾ ਕਿ ਆਪਣੇ ਲਈ ਤਾਂ ਹਰ ਕੋਈ ਮਰ ਪੈਂਦਾ, ਮਰ ਹੀ ਜਾਂਦਾ, ਜਾਇਦਾਦਾਂ ਲਈ, ਦੌਲਤਾਂ ਲਈ, ਅਣਖ ਲਈ, ਰੜਕ ਲਈ, ਧਰਮ ਲਈ। ਪਰ ਕਿਸੇ ਲਈ ਵੀ ਮਰ ਜਾਣਾ, ਕੋਈ ਵੀ ਹੋਵੇ, ਅੱਖਾਂ ਸਾਹਮਣੇ ਜ਼ੁਲਮ ਸਹਾਰ ਹੀ ਨਹੀਂ ਸਕਦਾ। ਕਿਉਂਕਿ ਗੁਰੂ ਨਾਨਕ ਨੇ ਗੁੜਤੀ ਇਹ ਦਿੱਤੀ ਕਿ ਪੁੱਤਰਾ, ਕਿੰਨੀਆਂ ਹੀ ਵੰਡੀਆਂ ਪਈ ਜਾਣ, ਕਿੰਨੇ ਹੀ ਤੈਨੂੰ ਰੂਪ ਭਰਮਤ ਕਰੀ ਜਾਣ, ਤੂੰ ਮੇਰੀ ਗੱਲ ਨਹੀਂ ਭੁੱਲਣੀ ਕਿ ਸਭਨਾ ਜੀਆਂ ਦਾ ਦਾਤਾ ਇੱਕ ਹੈ, ਉਹੀ ਬਿਰਾਜਮਾਨ ਆ ਸਾਰੇ ਪਾਸੇ। ਇੱਥੋਂ ਤੱਕ ਆਪਰੇਸ਼ਨ ਕਰਤਾ ਗੁਰੂ ਨੇ ਕਿ ਦੁਸ਼ਮਣ ਨੂੰ ਵੀ ਇਹ ਦੇਖਣਾ ਕਿ ਇਹ ਜਿਹੜੀ ਦੁਸ਼ਮਣੀ ਕਰ ਰਿਹਾ ਉਹਦੇ ਕਰਕੇ ਦੁਸ਼ਮਣ ਹੈ, ਇਹ ਖੁਦ ਦੁਸ਼ਮਣ ਨਹੀਂ, ਉਹਦੇ ਨਾਲ ਨਫ਼ਰਤ ਨਹੀਂ ਕਰਨੀ। ਜੇ ਜ਼ਖਮੀ ਹੋ ਗਿਆ ਤਾਂ ਪਾਣੀ ਵੀ ਪਿਆ ਦੇਣਾ ਹੈ, ਮੱਲਮ ਪੱਟੀ ਦਾ ਕਰ ਦੇਣੀ ਹੈ। ਇੰਨੀ ਦਇਆ, ਇੰਨੀ ਦ੍ਰਿਸ਼ਟੀ ਸੰਤ ਬਣਾਉਣ ਲਈ ਦਿੱਤੀ। ਤੇ ਉਹਦੇ ਸੂਤਰ ਮਾਈ ਦੇਸਾਂ ਨਾਲ ਸਾਂਝੇ ਕੀਤੇ। ਮਾਤਾ ਨੂੰ 9 ਦਿਨ ਸਮਝਾਇਆ ਕਿ ਜਿਹੜਾ ਵਰਤਾਰਾ ਵਰਤਿਆ, ਕਿਵੇਂ ਵਰਤਿਆ ਗੁਰੂ ਨਾਨਕ ਨੇ, ਕਿਵੇਂ ਚਰਨ ਪਹੁਲ ਦੀ ਪਰੰਪਰਾ ਤੋਰੀ ਸੀ, ਕਿਵੇਂ ਸਾਡੇ ਤੇ ਕਰਾਉਂਦਿਆਂ ਆਉਂਦਿਆਂ ਉਹ ਮਸੰਦਾਂ ਦੇ ਕਹਿ ਲਓ ਵੀ ਦਿੱਤੇ ਹੋਏ ਹੁਕਮਾਂ ਤੋਂ ਪਾਸੇ ਜਾਣਾ ਸ਼ੁਰੂ ਕੀਤਾ, ਵਿਗਾੜ ਪੈਦਾ ਹੋਏ। ਤੇ ਉਹਨਾਂ ਵਿਗਾੜਾਂ ਨੂੰ ਪਾਸੇ ਰੱਖਦਿਆਂ ਹੋਇਆਂ ਗੁਰੂ ਨਾਨਕ ਦੀ ਉਮਤ ਨੂੰ, ਸੰਗਤ ਨੂੰ ਆਮ ਬੰਦਿਆਂ ਦੇ ਜੂੜੇ ਥੱਲੋਂ ਕੱਢ ਕੇ ਸਿੱਧਾ ਪੰਚ ਪ੍ਰਧਾਨੀ ਸਿਸਟਮ ਦੇ ਕੇ ਅਕਾਲ ਪੁਰਖ ਨਾਲ ਜੋੜਿਆ ਕਿ ਜਿੱਥੇ ਵੀ ਤੁਸੀਂ 5 ਸਿੰਘ ਬੈਠੇ ਹੋ, ਸੰਗਤ ਬੈਠੀ ਆ, ਆਪਣੇ 'ਚ ਹੀ 5 ਉਹਨਾਂ ਦੀ ਚੋਣ ਕਰੋ ਜਿਹੜੇ ਨਿਤਨੇਮੀ, ਗੁਰੂ ਨਾਲ ਜੁੜੇ ਹੋਏ, ਜਾਗੀਆਂ ਰੂਹਾਂ ਵਾਲੇ ਤੁਹਾਨੂੰ ਦਿਸਦੇ ਵੀ ਹੋਣ। ਤੇ ਉਹੀ ਪੌਲ ਤਿਆਰ ਕਰਕੇ ਤੁਹਾਨੂੰ ਅੱਗੇ ਖੰਡੇ ਦੀ ਪੌਲ ਦੇ ਕੇ ਲੜ ਲਾ ਦੇਣਗੇ ਖਾਲਸਾ ਪੰਥ ਦੇ। ਤੇ ਜਿੱਥੋਂ ਤੱਕ ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਮੰਨਣ ਕਰਨ ਦਾ, ਪ੍ਰਮਾਤਮਾ ਨਾਲ ਇੱਕਮਿਕਤਾ ਕਰਨ ਦਾ ਸਵਾਲ ਹੈ, ਉਹ ਸਭਨਾਂ ਲਈ ਦਰ ਖੁੱਲ੍ਹਾ। ਇਹ ਉਹ ਤਾਂ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ 4 ਵਰਨਾਂ ਕੋ ਸਾਂਝਾ, ਉਹ ਤਾਂ ਸਭ ਲਈ ਸਾਂਝਾ, ਕੋਈ ਆਵੇ ਕਿਤੋਂ ਦਾ ਹੋਵੇ। ਪਰ ਜੇ ਖਾਲਸਾ ਪੰਥ ਦਾ ਹਿੱਸਾ ਬਣਨਾ ਹੈ ਤਾਂ ਪੰਚ ਪ੍ਰਧਾਨੀ ਸਿਸਟਮ ਦੇ ਵਿੱਚ ਦੀ ਲੰਘਣਾ ਪੈਣਾ। ਉਹਦੇ 'ਤੇ ਆਪਾਂ ਵਿਚਾਰ ਕਰਾਂਗੇ ਕਿ ਕਿਵੇਂ ਕਿਵੇਂ ਸਤਿਗੁਰਾਂ ਨੇ ਇੱਥੇ ਉਹ ਦ੍ਰਿਸ਼ਟੀ ਬਖਸ਼ੀ, ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦਿੱਤੀ, ਜਿਹਦੇ 'ਤੇ ਅਮਲ ਕਰਦਿਆਂ ਇਹਨਾਂ 50 ਸਾਲਾਂ 'ਚ ਸਤਿਗੁਰਾਂ ਨੇ ਕਿਰਪਾ ਕਰਕੇ ਬੜਾ ਕੁਛ ਬਖਸ਼ਿਆ, ਜਿਹਦੀ ਸਾਂਝ ਆਪਾਂ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ
ਜਿਵੇਂ ਜਿਵੇਂ ਸਤਿਗੁਰੂ ਹੁਕਮ ਕਰ ਰਹੇ ਆ ਕਿ ਅੱਗੇ ਵਧੋ, ਦੱਸੋ ਕੀ ਅਸੀਂ ਇਤਿਹਾਸ 'ਚ ਦਿੱਤਾ ਹੋਇਆ, ਕੀ ਗੁਰਬਾਣੀ 'ਚ ਦਿੱਤਾ ਹੋਇਆ। ਵੈਸੇ ਸਰਮੌਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਹਦੀ ਕਸਵੱਟੀ ਆ, ਤੇ ਉਹਨਾਂ ਦੀ ਆਪਾਂ ਸਾਂਝ ਪਾਉਣੀ ਸ਼ੁਰੂ ਕੀਤੀ ਆ। ਮਹਾਂਦੇਸਾਂ ਦੀ ਇਹ ਭਾਵਨਾ ਸੀ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਭਾਗ ਲੱਗੇ ਆ, ਉੱਥੋਂ ਹੀ ਬਾਬੇ ਆਦਮ ਨੂੰ ਪ੍ਰਾਪਤੀ ਹੋਈ, ਭਾਈ ਭਗਤੂ ਪੈਦਾ ਹੁੰਦੇ ਆ, ਤੇ ਉਹਦਾ ਜਿੰਨਾ ਵੀ ਸ਼ੁਕਰਾਨਾ ਕਰੀਏ, ਕੁਲ ਸ਼ੁਕਰਾਨਾ ਕਰਦਿਆਂ ਕਰਜ਼ਾ ਲਾਹ ਨਹੀਂ ਸਕਦੀ। ਉਹ ਗੁਰੂ ਰਾਮਦਾਸ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਕਰਦਿਆਂ ਹੋਇਆਂ ਕੋਸ਼ਿਸ਼ ਕਰ ਰਹੇ ਹਾਂ ਸੇਵਾ ਕਰਨ ਦੀ, ਕਿ ਮਾਨਵ ਸੇਵਾ, ਕਿ ਜੋ ਸਾਨੂੰ ਸਮਝਾਇਆ ਮਾਂ ਨੇ ਅਸੀਂ ਸਮਝਾਉਣ 'ਚ ਸਫਲ ਹੋ ਸਕੀਏ। ਆਓ ਅੱਜ ਦਾ ਜੋ ਹੁਕਮਨਾਮਾ ਹੈ, ਤੀਜੇ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਆ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਤੇ ਤੁਕੀ। ਰਾਗ ਸੋਰਠ ਘਰ ਪਹਿਲਾ ਵਿੱਚ ਗੁਰੂ ਅਮਰਦਾਸ ਜੀ ਦੀ 3 ਤੁਕਾਂ ਵਾਲੀ ਬਾਣੀ, ਇਹਨੂੰ ਕਹਿੰਦੇ ਨੇ ਤੇ ਤੁਕੀ। ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ, ਇਹ ਗੁਰੂ ਨਾਨਕ ਦੇ ਘਰ ਦਾ ਮੁੱਢਲਾ ਪਹਿਲਾ ਸਟੈਪ ਹੈ ਕਿ ਪਹਿਲਾਂ ਤਾਂ ਉਹ ਇੱਕ ਓਂਕਾਰ ਸਤਨਾਮ ਹੈ, ਕਿ ਇੱਕ ਓਂਕਾਰ ਦੀ ਪਰਮ ਸੱਤਾ ਜਿਹਦੇ ਦੁਆਲੇ ਸਾਰਾ ਕੁਝ ਘੁੰਮਦਾ, ਤੇ ਉਹੀ ਇੱਕ ਸਤਨਾਮ ਹੈ, ਸੱਚਾ ਨਾਮ ਹੈ। ਦੂਸਰਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ, ਜਿਹੜਾ ਗੁਰੂ ਆ, ਸਤਿਗੁਰੂ ਦੀ ਕਿਰਪਾ ਬਿਨਾ, ਉਹਦੇ ਪ੍ਰਸ਼ਾਦ ਬਿਨਾ ਸਮਝ ਨਹੀਂ ਪੈਂਦੀ ਇਹ ਸਾਰੇ ਕਾਸੇ ਦੀ, ਮਿਲਾਪ ਨਹੀਂ ਹੋ ਸਕਦਾ। ਇੱਕੋ ਇੱਕ ਗੁਰੂ ਨਾਨਕ ਦਾ ਘਰ ਆ ਜਿਹੜਾ ਦਾਅਵਾ ਕਰਦਾ ਕਿ ਗੁਰੂ ਬਿਨਾ ਗਤ ਨਹੀਂ ਹੈ, ਇਹ ਹੈ ਹੀ ਸਤਿਗੁਰ ਪ੍ਰਸ਼ਾਦ। ਤੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਗੁਰੂ ਧਾਰਨਾ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੀ ਸਤਰ ਛਾਇਆ ਹੇਠ ਆ ਕੇ ਬਾਣੀ ਦਾ ਜੋ ਮੈਸੇਜ ਦਿੱਤਾ ਇਹਨੂੰ ਸਿੱਧਾ ਸਿੱਧਾ ਸਮਝ ਲਈਏ। ਇੱਕ ਵਾਰੀ ਬੇਨਤੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਬਹਿ ਜਾਓ, ਇਹੀ ਮੰਨ ਲਿਆ ਕਰੋ ਕਿ ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਹੈ, ਤੇ ਆ ਸੰਨ ਚੋਂ 550 ਸਾਲ ਦੀਆਂ ਕਿਤਾਬਾਂ, ਇਤਿਹਾਸ ਸਾਰਾ ਕੁਛ ਪਾਸੇ ਰੱਖ ਦਿਓ। ਕਰੀ ਸਿੱਧਮ ਸਿੱਧੀ ਗੱਲ ਬਾਪੂ ਨਾਲ ਕਿ ਪਾਤਸ਼ਾਹ ਤੁਸੀਂ ਕੀ ਕਹਿੰਦੇ ਸੀ, ਤੁਹਾਡੇ ਕੋਲੇ ਇਹੋ ਜਿਹਾ ਕਿਹੜਾ ਮੈਸੇਜ ਸੀ ਕਿ ਤੁਹਾਨੂੰ ਕੋਈ 20 ਮਿੰਟ ਟੱਕਰਿਆ, ਕੋਈ ਅੱਧਾ ਘੰਟਾ ਟੱਕਰਿਆ, ਕੋਈ ਘੰਟਾ ਟੱਕਰਿਆ, ਤੁਸੀਂ ਪੂਰਨ ਕਰਕੇ ਹੀ ਤੋਰਤਾ। ਤੇ ਉਹਨੇ ਪਿੰਡ ਜਾ ਕੇ ਹੋਰਾਂ ਨੂੰ ਦੱਸਣਾ ਸ਼ੁਰੂ ਕੀਤਾ, 10 ਜਾਣੇ ਇਕੱਠੇ ਕੀਤੇ, ਧਰਮਸ਼ਾਲਾ ਬਣਾਈ, ਸਿੱਖੀ ਦੀ ਫੁੱਲਵਾੜੀ ਫੈਲਣੀ ਸ਼ੁਰੂ ਹੋ ਗਈ। ਇੰਨਾ ਸੌਖਾ ਸਿਸਟਮ ਕੋਈ, ਤੇ ਅੱਜ ਤਾਂ ਸਾਰੀ ਉਮਰ ਸਮਝ ਹੀ ਨਹੀਂ ਆਉਂਦੀ। 80 ਸਾਲ ਦੇ ਬਜ਼ੁਰਗ ਆ ਕੇ ਪੁੱਛਦੇ ਆ, ਜੀ ਸੋਨੂੰ ਤਾਂ ਪਤਾ ਹੋਣਾ ਭਲਾ ਮੂਲ ਮੰਤਰ ਕਿੱਥੋਂ ਤੱਕ ਆ, ਲੈ ਦੱਸ ਕਿੱਥੇ ਉਲਝ ਗਈ ਤੇਰੀ ਕੌਮ ਬਾਬਾ। ਬਚਪਨ ਤੋਂ ਇਹ ਮੰਗ ਸੀ ਕਿ ਉਹ ਗੱਲ ਦੱਸ ਦੇ। ਬੜੇ ਪਿਆਰ ਨਾਲ ਦੱਸੀ ਸਤਿਗੁਰਾਂ ਨੇ, ਬੜੇ ਸਤਿਕਾਰ ਨਾਲ, ਬੜਾ ਮਾਣ ਬਖਸ਼ਿਆ, ਤੇ ਉਹਦੀ ਸਾਂਝ ਰੋਜ਼ਾਨਾ ਆਪਾਂ ਹੌਲੀ ਹੌਲੀ ਪਾਉਣੇ ਆ, ਤਾਂ ਕਿ ਉਹ ਸਮਝ ਆ ਕੇ ਉਹਦੇ 'ਤੇ ਅਮਲ ਕਰਕੇ ਅਸੀਂ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਈਏ, ਆਤਮਿਕ ਅਡੋਲਤਾ ਦੀ ਅਵਸਥਾ 'ਚ ਆ ਜਾਈਏ। ਇੱਕ ਵਾਰ ਤੁਸੀਂ ਉੱਥੋਂ ਤੱਕ ਆ ਜਾਓ ਤਾਂ ਅਗਲੇ ਦਰ ਬਹੁਤ ਹੀ ਵੱਡੇ ਆ, ਬਹੁਤ ਹੀ ਚੜ੍ਹਦੀ ਕਲਾ। ਫਿਰ ਆਪੋ ਆਪਣਾ ਰਾਹ। ਸਤਿਗੁਰੂ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਜੀਓ ਧੁਰ ਤੂੰ ਰੱਖਦਾ ਆਇਆ। ਹੁਣ ਇੱਥੇ ਅਸੀਂ ਇਹ ਗੱਲ ਸਮਝਣੀ ਆ, ਹੈ ਤਾਂ ਸਾਰਾ ਸੰਸਾਰ ਹੀ ਪਰਮ ਪਿਤਾ ਪਰਮਾਤਮਾ ਦਾ, ਸਾਰੇ ਲੋਕ ਹੀ ਉਹਦੇ ਨੇ, ਕਣ ਕਣ, ਕੀ ਚਿੜੀ ਜਨੌਰ, ਕੀ ਪਸ਼ੂ ਪੰਛੀ, ਕੀ ਬਨਸਪਤੀ, ਸਭ 'ਚ ਉਹ ਆਪ ਹੀ ਹੈ। ਪਰ ਇਹ ਗੱਲ ਕਹਿਣ ਦੀ ਲੋੜ ਕਿਉਂ ਪਈ ਕਿ ਭਗਤਾਂ ਦੀ ਸਦਾ ਤੂੰ ਰੱਖਦਾ? ਕਿਉਂਕਿ ਸੰਸਾਰ ਦੇ ਵਿੱਚ ਉਹਨੇ ਕੈਟਾਗਰੀਆਂ ਬਣਾਤੀਆਂ। ਇੱਥੇ ਰਾਖਸ਼ ਵੀ ਨੇ, ਇੱਥੇ ਦੁਸ਼ਟ ਵੀ ਨੇ, ਇੱਥੇ ਚੋਰ ਵੀ ਨੇ, ਜ਼ਾਰ ਵੀ ਨੇ, ਕਤਲੋਗਾਰਤ ਕਰਨ ਵਾਲੇ ਵੀ ਨੇ, ਸਾਰੇ ਰੂਪਾਂ 'ਚ ਉਹਦੇ ਹੀ ਰੂਪ ਫਿਰਦੇ ਆ। ਤੇ ਇੱਥੇ ਉਹ ਵੀ ਨੇ ਜਿਹੜੇ ਭਾਵਨਾ ਦੇ ਬਹਿਣ 'ਚ ਬਹਿ ਕੇ ਜਿਉਂਦੇ ਆ, ਜਿਨ੍ਹਾਂ ਦੇ ਭਾਵ ਆਪਣੇ ਗੁਰੂ ਨਾਲ ਜੁੜ ਚੁੱਕੇ ਆ, ਜਿਨ੍ਹਾਂ ਦੇ ਭਾਵ ਕਰਤੇ ਵੱਲ ਨੂੰ ਮੂਵ ਹੋ ਚੁੱਕੇ ਆ। ਉਹ ਗੱਲ ਮੰਨ ਚੁੱਕੇ ਆ ਗੁਰੂ ਦੀ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਵੱਲ ਮੁੜਨੇ ਸ਼ੁਰੂ ਹੋ ਗਏ ਆ।
ਉਹਨਾਂ ਨੇ ਸਵਾਸਾਂ ਦਾ ਦਸਵੰਧ ਦੇਣਾ ਸ਼ੁਰੂ ਕਰਤਾ। ਉਹ ਦਸਵੰਧ ਦੌਰਾਨ ਉਹ ਅੰਤਰਮੁਖ ਹੁੰਦੇ ਆ, ਅੰਦਰ ਮੁੜਦੇ ਆ, ਆਪਣੇ ਸਵਾਸਾਂ ਤੇ ਧਿਆਨ ਦਿੰਦਿਆਂ ਪਵਨ ਗੁਰੂ ਦੇ ਚਰਨਾਂ ਦੀ ਪਹਿਰੇਦਾਰੀ ਕਰਦਿਆਂ ਸਾਰੇ ਆਨੰਦ ਮਾਣਦੇ ਆ। ਤੇ ਜਿਹੜੇ ਭਗਤ ਬਣ ਜਾਂਦੇ ਆ, ਦਾਖਲਾ ਲੈ ਲੈਂਦੇ ਆ ਗੁਰੂ ਦੇ ਦਰ ਤੇ ਕਿ ਅੱਜ ਤੋਂ ਤੇਰੇ ਹਾਂ, ਤੇ ਜ਼ਿੰਮੇਵਾਰੀਆਂ ਮਿੱਤਰਾ ਸਾਂਭ ਲਾ, ਬਾਹਰੀ ਜ਼ਿੰਮੇਵਾਰੀਆਂ ਤੇਰੀਆਂ, ਜਿਹੜੀ ਸੇਵਾ ਤੂੰ ਸੌਂਪੀ ਆ ਉਹ ਅਸੀਂ ਕਰਦੇ ਹਾਂ, ਤੇਰੇ ਹਾਂ, ਤੇਰੇ ਹੋ ਕੇ ਰਹਾਂਗੇ, ਤੇਰੇ ਨਹੀਂ ਚੱਲਾਂਗੇ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਮਹਾਰਾਜ ਕਹਿੰਦੇ ਇਹ ਤਾਂ ਤੇਰਾ ਵਿਰਦ ਆ, ਹੇ ਹਰੀ, ਹੇ ਪ੍ਰਮਾਤਮਾ, ਤੇਰੇ ਅਵਤਾਰਾਂ ਦਾ ਇਹ ਤਾਂ ਵਿਰਦ ਆ ਕਿ ਜਿਹੜਾ ਉਹਦਾ ਭਗਤ ਹੋ ਜਾਂਦਾ ਉਹਦੀ ਹਮੇਸ਼ਾ ਹੀ ਰੱਖਦਾ ਆਇਆ, ਸਦਾ ਤੋਂ। ਤੇ ਹੁਣ ਗਿਣਨਗੇ ਕਿਹਨਾਂ ਦੀ ਰੱਖੀ। ਤੇ ਹਰੀ ਦਾ ਅਵਤਾਰ ਮੰਨਿਆ ਕਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਕੌਣ ਆ ਉਹ? ਜਿਹੜਾ ਹਰੀ ਆ, ਜਿਹੜਾ ਨਿਰੰਕਾਰ ਦਾ ਸਰੂਪ ਹਰੀ ਰੂਪ 'ਚ ਧਰਤੀ ਤੇ ਵਿਚਰਿਆ, ਸਾਡੇ ਵਿੱਚ ਸਾਡੇ ਵਾਂਗੂ ਵਿਚਰਿਆ, ਰੰਗ ਤਮਾਸ਼ੇ ਕੀਤੇ। ਉਹ ਕੌਣ ਹੈ? ਅੱਗੇ ਦੱਸਣਗੇ। ਕਹਿੰਦੇ ਹੇ ਹਰੀ, ਤੇਰਾ ਅੰਦਰੋਂ ਤੂੰ ਕਿਰਪਾ ਕਿਰਤ ਕਰਦਾ ਆਪਦੇ ਭਗਤਾਂ ਤੇ। ਪ੍ਰਹਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰ ਨਾਗ ਸਮਾਰ ਪਚਾਇਆ। ਕਹਿੰਦੇ ਪ੍ਰਹਲਾਦ ਭਗਤ ਹੋਇਆ ਨਾ, ਜਿਹੜੇ ਪੁਰਾਣੇ ਗੁਰਬਾਣੀ ਪੜ੍ਹਦੇ ਆ ਜਾਂ ਸਾਖੀਆਂ ਸੁਣੀਆਂ ਜਾਂ ਕਥਾ ਵਾਰਤਾ ਸੁਣਦੇ ਰਹਿੰਦੇ ਆ, ਉਹਨਾਂ ਨੂੰ ਸਭ ਨੂੰ ਪ੍ਰਹਲਾਦ ਭਗਤ ਬਾਰੇ ਜਾਣਕਾਰੀ ਹੋਣੀ ਆ ਕਿ ਉਹ ਕ੍ਰਿਸ਼ਨ ਭਗਵਾਨ ਵੇਲੇ ਹੋਇਆ ਇੱਕ ਭਗਤ ਆ, ਜਿਹੜਾ ਕ੍ਰਿਸ਼ਨ ਜੀ ਨੂੰ ਪਿਆਰ ਕਰਦਾ। ਪ੍ਰਹਲਾਦ ਜਨ ਤੁਧ ਰਾਖ ਲਏ, ਉਹਦੇ ਪਿਤਾ ਕੰਸ ਨੇ ਉਹ ਕਿਹੜਾ ਜ਼ੁਲਮ ਆ ਜਿਹੜਾ ਕੀਤਾ ਨਹੀਂ। ਨਿੱਕਾ ਜਿਹਾ ਬੱਚਾ ਸੀ, ਉਹਦੇ ਬਾਰੇ ਬੜਾ ਹੀ ਜ਼ਿਕਰ ਆਉਂਦਾ ਵਾਰੀ ਗੁਰਬਾਣੀ 'ਚ। ਇਹ ਤੀਜੇ ਪਾਤਸ਼ਾਹ ਦਾ ਸ਼ਬਦ ਆ। ਕਈ ਵਾਰੀ ਕੁਛ ਲੋਕਾਂ ਨੂੰ ਹੁੰਦਾ ਇਹ ਤਾਂ ਭਗਤਾਂ ਨੇ ਲਿਖਿਆ, ਭਗਤਾਂ ਦਾ ਝੁਕਾਅ ਸੀ। ਨਹੀਂ, ਇਹ ਗੁਰੂ ਪਿਤਾ ਤੀਜੇ ਪਾਤਸ਼ਾਹ ਦਾ ਵਚਨ ਹੈ। ਪਹਾੜੀ ਤੋਂ ਸਿੱਟਿਆ ਬਚਾਇਆ, ਬੜੇ ਕੁਛ ਕੀਤੇ, ਅਖੀਰ ਥੰਮਤ ਪਾਲਿਆ ਕਿ ਦੇਖਦਾ ਤੇਰਾ ਭਗਵਾਨ ਰੱਖਦਾ। ਤੇ ਧਾਰਨਾ ਤੁਸੀਂ ਸੁਣੀਆਂ ਹੋਣੀਆਂ ਸਾਖੀਆਂ ਵੀ, ਆ ਜਾ ਪਾਲਾ ਤੱਤਿਆਂ ਥੰਮਾਂ ਨੂੰ ਜੱਪੀਆਂ, ਦੇਖਾਂ ਤੇਰਾ ਰਾਮ ਰੱਖ ਲੂ। ਤੇ ਭਗਤ ਪ੍ਰਹਲਾਦ ਝਾਕਦਾ ਥੰਮ ਕੰਨੀ, ਤਪਦੇ ਕੰਨੀ, ਲਾਲ ਸੁਰਖ ਕੰਨੀ। ਭਗਵਾਨ ਦੇਖਦੇ ਆ ਕਿ ਮੇਰਾ ਭਗਤ ਬੱਚਾ ਹੈ, ਬਹੁਤ ਛੋਟਾ ਹੈ, 5-7 ਸਾਲ ਦਾ, ਕਿਤੇ ਡੋਲ ਨਾ ਜਾਵੇ। ਭਰੋਸਾ ਤਾਂ ਇਹਦਾ ਅਟੁੱਟ ਹੈ, ਪਰ ਡੋਲਦਾ ਤਾਂ ਨਹੀਂ। ਭਗਵਾਨ ਨੇ ਕੌਤਕ ਕੀਤਾ ਕਿ ਕੀੜੀ ਦਾ ਰੂਪ ਧਾਰ ਕੇ ਉਹਦੇ ਉੱਤੇ ਚੜ੍ਹੇ ਜਾਂਦੇ ਆ ਥੰਮ 'ਤੇ। ਜਦੋਂ ਉਹਨੂੰ ਸੰਕੇਤ ਮਿਲਿਆ ਕਿ ਕੀੜੀ ਚੜ੍ਹੀ ਜਾਂਦੀ ਹੈ, ਮੱਚ ਨਹੀਂ ਰਹੀ, ਮੇਰੇ ਪਿਤਾ, ਮੇਰਾ ਗੁਰੂ ਮੇਰੇ ਨਾਲ ਆ, ਮੇਰਾ ਹਰੀ, ਭੱਜ ਕੇ ਜਾ ਕੇ ਜੱਫਾ ਮਾਰ ਲਿਆ ਥੰਮ ਨੂੰ, ਤੇ ਥੰਮ ਪਾਟ ਗਿਆ। ਥੰਮ ਪਾਟਿਆ ਤਾਂ ਉਹਦੇ 'ਚੋਂ ਨਰਸਿੰਘ ਅਵਤਾਰ ਦੇ ਰੂਪ 'ਚ ਭਗਵਾਨ ਆਏ ਬਾਹਰ। ਕਿਉਂਕਿ ਕੰਸ ਨੇ ਭਗਤੀ ਕਰ ਕਰਕੇ ਵਰ ਲੈ ਲਿਆ ਸੀ ਕਿ ਮੈਂ ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਨਾ ਮੈਂ ਘਰੇ ਮਰਾਂ ਨਾ ਬਾਹਰ ਮਰਾਂ। ਇਹੋ ਜਿਹੇ ਅਨੇਕਾਂ ਵਰ ਕੇ ਸ਼ਾਇਦ ਮੌਤ ਮੈਨੂੰ ਆ ਹੀ ਨਾ ਸਕੇ, ਨਾ ਮੈਨੂੰ ਬੰਦਾ ਮਾਰੇ, ਨਾ ਮੈਨੂੰ ਜਾਨਵਰ ਮਾਰੇ। ਕਿੰਨੇ ਹੀ ਵਰ ਲੈ ਲਏ। ਉਦੋਂ ਜਦੋਂ ਭਗਵਾਨ ਖੁਸ਼ ਹੋਇਆ ਹੁੰਦਾ ਤਥਾਸਤੂ ਹੀ ਚੱਲੀ ਜਾਂਦਾ। ਜਿਵੇਂ ਆਪਾਂ ਲੋਨ ਲੈਣ ਵੇਲੇ ਦੇਂਦੇ ਹੀ ਨਹੀਂ, ਕੀ ਲਿਖਿਆ ਇੰਗਲਿਸ਼ 'ਚ, ਦਸਤਖਤ ਕਰਦੇ ਹੀ ਤੁਰੇ ਜਾਂਦੇ ਆ ਫਾਈਲ 'ਤੇ, ਕਿ ਬਸ ਉੱਧਰ ਨਿਗਾਹ ਹੁੰਦੀ ਹੈ ਕਿੰਨੇ ਲੱਖ ਦਾ ਕਰਾ ਲਿਆ। ਉਦੋਂ ਫਿਰ ਜਦੋਂ ਭਗਤੀ ਭਾਵ 'ਚ ਆਏ ਹੁੰਦੇ ਆ, ਫਿਰ ਤਥਾਸਤੂ ਹੀ ਚੱਲਦਾ ਉੱਧਰੋਂ ਵੀ, ਹਾਂ ਠੀਕ ਹੈ, ਹਾਂ ਠੀਕ ਹੈ, ਠੀਕ ਹੈ। ਅਤੇ ਟੀਂਡਰ ਗਿਆ ਬਾਅਦ 'ਚ, ਕਹਿੰਦਾ ਮੇਰਾ ਨਾਮ ਜਪੋ, ਜਲੇ ਹਰਨਾਸਕ ਥਰੇ ਥਲੇ ਹਰਨਾਕਸ਼। ਲੋਕ ਵੀ ਜਪਣ ਲੱਗ ਗਏ, ਭਾਈ ਰਾਜਾ ਸੀ, ਡਰਦੇ ਹੁੰਦੇ ਆ। ਫਿਰ ਭਗਵਾਨ ਨੇ ਇਹਦੇ ਘਰੇ ਹੀ ਜਨਮ ਦਿੱਤਾ ਪ੍ਰਹਲਾਦ ਨੂੰ। ਉਹ ਕਹਿੰਦਾ ਮੈਂ ਨਹੀਂ ਜਪਦਾ, ਮੈਂ ਤਾਂ ਉਹਨੂੰ ਜਪੂ ਜਿਹੜਾ ਹੈਗਾ। ਚਲੋ ਇਹ ਕੌਤਕ ਲੰਬਾ। ਉੱਥੇ ਫਿਰ ਭਗਵਾਨ ਨੇ ਇੱਕ ਰੂਪ ਐਸਾ ਧਾਰਿਆ ਨਰਸਿੰਘ ਅਵਤਾਰ ਦਾ ਕਿ ਉਹਦਾ ਮੁੱਖ ਸ਼ੇਰ ਦਾ ਅਤੇ ਉਹਦੀ ਧੜ ਬੰਦੇ ਦੀ, ਅਤੇ ਉਹਨੂੰ ਚੱਕ ਕੇ ਆਪਣੇ ਪੱਟਾਂ 'ਤੇ ਰੱਖ ਲਿਆ। ਉਹਦੇ ਵਰ ਵੀ ਪੂਰੇ ਕੀਤੇ। ਇਹੋ ਜਿਹਾ ਵੇਲਾ ਚੁਣਿਆ, ਨਾ ਦਿਨ ਸੀ ਨਾ ਰਾਤ ਸੀ। ਕਹਿੰਦੇ 10 ਕੰਸ ਦਿਨ ਆ ਕਿ ਰਾਤ, ਕਹਿੰਦਾ ਨਾ ਦਿਨ ਆ ਨਾ ਰਾਤ ਹੈ। ਦੇਹਲੀਆਂ ਦੇ ਵਿਚਾਲੇ ਰੱਖ ਲਿਆ। 10 ਤੂੰ ਘਰ ਦੇ ਅੰਦਰ ਆ ਕਿ ਬਾਹਰ ਆਣਾ, ਕਹਿੰਦਾ ਅੰਦਰ ਆਣਾ ਬਾਹਰ ਹੈ। ਤੈਨੂੰ ਮਾਰਨ ਵਾਲਾ ਬੰਦਾ ਕਿ ਜਾਨਵਰ ਹੈ, ਕਹਿੰਦਾ ਨਾ ਬੰਦਾ ਨਾ ਜਾਨਵਰ ਆ। ਚੱਕ ਕਹਿੰਦੇ ਫਿਰ ਨੌਂਦਰਾਣਾ ਪਾੜਤਾ, ਪੇਟ ਸਿਰਤਾ ਚਲਾ ਕੇ। ਇਸ ਤਰ੍ਹਾਂ ਹਰ ਥਾਂ 'ਤੇ ਆ ਕੇ ਖੜਦਾ ਉਹ। ਪ੍ਰਹਲਾਦ ਜਨ ਤੁਧ ਰਾਖ ਲਏ, ਹਰ ਜੀਓ ਹਰਨਾਕਸ਼ ਮਾਰ ਪਚਾਇਆ। ਹਰਨਾਕਸ਼ ਨੂੰ ਮਾਰਿਆ। ਇਹ ਮਿਥਿਆਸ ਨਹੀਂ ਹੈ,
ਜੇ ਇਹ ਮਿਥਿਹਾਸ ਹੁੰਦਾ ਨਾ, ਗੁਰੂ ਸਾਹਿਬ ਨੂੰ ਕੀ ਲੋੜ ਆ ਲਿਖਣ ਦੀ। ਜਿਹੜੇ ਢੰਗ ਨਾਲ ਅੱਜ ਚਿਤਰਿਆ ਜਾ ਰਿਹਾ ਆਪਣੇ ਗੁਰੂਆਂ ਨੂੰ ਬੜੇ ਹੋਰ ਤਰੀਕੇ ਨਾਲ, ਉਵੇਂ ਨਹੀਂ ਗੱਲ ਹੈ। ਸਤਿਗੁਰੂ ਤਾਂ ਬੜਾ ਪਿਆਰ ਹਰ ਇੱਕ ਨਾਲ, ਉਹਦੇ ਜਿਹੜੇ ਰੂਪ ਨੇ ਕਰਤੇ ਪੁਰਖ ਦੇ ਜਿੰਨੇ ਵੀ ਆਏ ਸੰਸਾਰ 'ਚ, ਗੁਰੂ ਨਾਨਕ ਤਾਂ ਕਹਿੰਦੇ ਤ੍ਰੇਤੇ 'ਚ ਮੈਂ ਇਸ ਰੂਪ 'ਚ ਆਇਆ, ਦੁਆਪਰ 'ਚ ਇਸ ਰੂਪ 'ਚ ਆਇਆ, ਹੁਣ ਕਲ ਯੁੱਗ 'ਚ ਇਸ ਰੂਪ 'ਚ ਆਇਆ, ਜਿਹੜਾ ਸਦਾ ਲਈ ਰਹਿਣਾ ਉਹ ਪਵਨ ਪੁੱਤਰ ਦੇ ਰੂਪ 'ਚ ਮੈਂ ਇੱਥੇ ਹੀ ਹਾਂ, ਮੈਨੂੰ ਸਿਮਰੋ ਸਹੀ, ਯਾਦ ਕਰੋ ਸਹੀ ਹਾਜ਼ਰ ਨਾਜ਼ਰਾ। ਪਵਨ ਗੁਰੂ ਦੇ ਚਰਨੀ ਆਓ ਤੇ ਤੁਹਾਨੂੰ ਦਰਸ਼ਨ ਮੇਰੇ ਆਉਣਗੇ। ਇਹ ਦੂਤੇ ਕੀ ਕਰ ਸਕਦੇ ਆ ਸਾਡੇ ਲਈ। ਗੁਰਮੁਖਾਨੋਂ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਸਤਿਗੁਰੂ ਕਹਿੰਦੇ ਇੱਥੇ ਖੇਡ ਫੇਰ ਵਾਪਰਦੀ ਹੈ, ਭਗਤਾਂ ਵਾਲੀ ਖੇਡ, ਗੁਰੂਆਂ ਦੀ ਗੁਰਬਾਣੀ ਦੀ ਖੇਡ, ਸਮਝ ਅਧਿਆਤਮ ਦੀ ਸਿਰਫ ਇਕੱਲੇ ਗੁਰਮੁਖਾਂ ਨੂੰ ਆਉਂਦੀ ਹੈ। ਇੱਕ ਗੁਰਸਿੱਖ ਹੁੰਦੇ ਆ, ਆਪਾਂ ਗੱਲ ਕਰਦੇ ਹਾਂ ਇੱਕ ਗੁਰਮੁਖ। ਗੁਰਸਿੱਖ ਉਹ ਆ ਜਿਹਨੇ ਸਿੱਖਿਆ ਲੈ ਲਈ ਹੈ ਪਰ ਹਲੇ ਪ੍ਰੈਕਟੀਕਲ ਕਰਨਾ ਸ਼ੁਰੂ ਨਹੀਂ ਕੀਤਾ, ਹਲੇ ਸਿੱਖ ਹੀ ਰਿਹਾ। ਜਿੱਦੇ ਪ੍ਰੈਕਟੀਕਲ ਕਰਨਾ ਸ਼ੁਰੂ ਕੀਤਾ, ਦੋ ਸੰਸਾਰ ਹੈ, ਇੱਕ ਬਾਹਰੀ ਸੰਸਾਰ ਹੈ, ਬਾਹਰੀ ਸੇਵਾਵਾਂ ਹੁੰਦੀਆਂ ਜਿਹਦੇ 'ਚ ਆਪਣੇ ਸਾਰੇ ਕੰਮ ਹੀ ਆ ਜਾਂਦੇ ਆ ਦੁਨੀਆ ਦੇ, ਸਾਰੇ ਤਰ੍ਹਾਂ ਦਾ ਪਾਠ ਪੂਜਾ ਆ ਗਿਆ, ਕਰਮਕਾਂਡ ਆ ਗਿਆ, ਜੋ ਮਰਜ਼ੀ ਕਰ ਲਓ, ਉਹ ਬਾਹਰੀ ਆ। ਇੱਕ ਹੁੰਦਾ ਅੰਤਰਮੁਖ ਹੋਣਾ, ਨੇਤਰ ਬੰਦ ਹੋ ਜਾਂਦੇ ਆ, ਇਹਨਾਂ ਨੇਤਰਾਂ ਦਾ ਕੋਈ ਕੰਮ ਨਹੀਂ, ਇਹਨਾਂ ਕੰਨਾਂ ਦਾ ਕੋਈ ਕੰਮ ਨਹੀਂ, ਨਾਦ ਕਿਤੋਂ ਹੋਰ ਚੱਲਦੇ ਆ, ਖੇਡਾਂ ਅੰਦਰ ਅੱਡ ਵਰਤਦੀਆਂ। ਮੁੱਖ ਆਪਣਾ ਗੁਰੂ ਵੱਲ ਕਰ ਲਿਆ। ਕਿਹੜੇ ਗੁਰੂ ਵੱਲ? ਪਵਨ ਗੁਰੂ ਵੱਲ, ਜਿਹੜਾ ਸਰਬ ਵਿਆਪਕ ਆ ਪੂਰੇ ਸੰਸਾਰ 'ਚ, ਜਿਹੜਾ ਸਭ ਦਾ ਹੀ ਗੁਰੂ ਆ। ਗੁਰਮੁਖਾਂ ਨੂੰ ਪ੍ਰਤੀਤ ਹੈ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਆ, ਉਹਨਾਂ ਨੂੰ ਪ੍ਰਤੀਤ ਆ, ਉਹ ਦੇਖਦੇ ਆ ਸਾਰਾ ਕੁਛ। ਹਰ ਜੀਓ ਮਨਮੁਖ ਭਰਮ ਭੁਲਾਇਆ, ਜਿਹੜਾ ਮਨ ਦੇ ਮਗਰ ਲੱਗ ਕੇ ਬਾਹਰ ਹੀ ਭਟਕਦਾ ਫਿਰਦਾ, ਜੇ ਐਂ ਹੁੰਦਾ ਤਾਂ ਫਿਰ ਐਂ ਹੋ ਜਾਂਦਾ, ਐਂ ਨਹੀਂ ਹੁੰਦਾ ਇਹ ਐਂ ਹੁੰਦਾ, ਉਹ ਵਿਚਾਰਾ ਸਾਰੀ ਜ਼ਿੰਦਗੀ ਇਹੋ ਜਿਹੇ ਭਰਮਾਂ 'ਚ ਪਿਆ ਵਈ ਦੁਬਦਾ ਵਿੱਚ ਹੀ ਆਪਣਾ ਜੀਵਨ ਗਾਲ ਲੈਂਦਾ। ਖੁਦ ਦਾ ਤਾਂ ਗਾਲਦਾ ਹੀ ਆ, ਕਈ ਵਾਰੀ ਦੂਜਿਆਂ ਦਾ ਵੀ ਗਾਲ ਜਾਂਦਾ, ਕਿਉਂਕਿ ਜਦੋਂ ਜ਼ਿੰਮੇਵਾਰ ਆ ਜਿਹੜਾ ਘਰ ਦਾ, ਉਹ ਦੂਸਰਿਆਂ ਨੂੰ ਵੀ ਕੁਛ ਨਹੀਂ ਕਰਨ ਦਿੰਦਾ, ਨਾ ਜਪਣ ਦਿੰਦਾ ਨਾ ਜਪਦਾ। ਅੱਗੇ ਸਤਿਗੁਰੂ ਕੀ ਕਹਿੰਦੇ ਆ? ਹਰ ਜੀ ਇਹ ਤੇਰੀ ਵਡਿਆਈ, ਇਹੀ ਤਾਂ ਤੇਰੀ ਵਡਿਆਈ ਆ ਪਰਮ ਪਿਤਾ ਪਰਮਾਤਮਾ, ਕਿ ਤੂੰ ਹਰੀ ਦਾ ਅਵਤਾਰ ਧਾਰ ਕੇ ਆ ਕੇ ਵੀ ਰੱਖਿਆ ਕਰਦਾ ਆਪਦੀ। ਜਿਹੜਾ ਤੈਨੂੰ ਕਹਿ ਦਿੰਦਾ ਮੈਂ ਤੇਰਾ, ਜਿਹੜਾ ਭਾਵਨਾ ਤੇਰੇ ਨਾਲ ਜੋੜ ਲੈਂਦਾ, ਜਿਹੜਾ ਭਗਤ ਬਣ ਜਾਂਦਾ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ ਰਹਾਓ। ਇਹੀ ਸੈਂਟਰਲ ਆਈਡੀਆ ਸਾਰੇ ਸ਼ਬਦ ਦਾ, ਕਿ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਹਰ ਥਾਂ ਉਹਨਾਂ ਦੀ ਲਾਜ ਇੱਜ਼ਤ ਮਾਣ ਬਹਾਲ ਰੱਖ। ਸੁਆਮੀ, ਹੇ ਹਰੀ ਮੇਰੇ ਸੁਆਮੀ, ਮੇਰੇ ਪਿਤਾ, ਭਗਤ ਤੇਰੀ ਸਰਨਾਈ, ਅਸੀਂ ਭਗਤਾਂ ਜਿਹੜੇ ਤੇਰੀ ਸਰਨ ਆ। ਇਹੀ ਜੋਦੜੀ ਆ, ਇਹੀ ਅਰਦਾਸ ਆ। ਇੱਕੋ ਹੀ ਫੰਡਾ ਧਰਮ 'ਚ, ਸਰੈਂਡਰ ਕਰ ਦਿਓ ਹੱਥ ਖੜੇ। ਕਰਮਕਾਂਡ ਕਰ ਕਰਕੇ, ਜਪ ਤਪ ਕਰ ਕਰਕੇ, ਪਾਠ ਪੂਜਾ ਕਰ ਕਰਕੇ ਨਹੀਂ ਪੂਰਾ ਪੈਂਦਾ। ਇਹ ਭੁਲੇਖੇ 'ਚ ਨਾ ਰਹਿ ਜਾਓ। ਸਾਰਿਆਂ ਤੋਂ ਵੱਡੀ ਚੀਜ਼ ਆ ਸਰੈਂਡਰ। ਹਉਮੈ ਨੂੰ ਮਾਰ ਦਿਓ ਚੁਟਕੀ, ਤੇਰਾ ਇੱਥੇ ਕੋਈ ਕੰਮ ਨਹੀਂ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ ਸਰਨਾ ਜੋ ਰਹਾਓ। ਭਗਤਾਂ ਨੂੰ ਜਮ ਜੋਹੇ ਨਾ ਸਾਕਾ, ਕਾਲ ਨਾ ਨੇੜੇ ਜਾਈ। ਜਿਹੜੇ ਉਹਦੇ ਬਣ ਜਾਂਦੇ ਆ ਨਾ, ਉਹਨਾਂ ਨੂੰ ਉਹਦੇ ਸਿਸਟਮ ਦਾ ਹੀ ਪਤਾ ਲੱਗ ਜਾਂਦਾ ਸਾਰੇ ਦਾ, ਕਿ ਜਮ ਤਾਂ ਉਹਦਾ ਨੌਕਰ ਆ, ਡਿਊਟੀ ਆ ਉਹਦੀ, ਤਾਂ ਜੋਹੇ ਨਾ ਸਾਕਾ ਹੈ, ਉਸ ਨਜ਼ਰ ਨਾਲ ਵੇਖ ਹੀ ਨਹੀਂ ਸਕਦਾ। ਕਾਲ ਨਾ ਨੇੜੇ ਜਾਈ, ਇਹ ਸਮਾਂ ਜਿਹੜਾ ਉਹਦੇ ਨੇੜੇ ਨਹੀਂ ਆਉਂਦਾ ਹੈ, ਉਹਦਾ ਐਂਡ ਨਹੀਂ ਆਉਂਦਾ ਭਗਤ ਦਾ। ਕਿਉਂਕਿ ਭਗਤ ਤਾਂ ਉਹੀ ਆ ਨਾ ਜਿਹਨੂੰ ਜਿਉਂਦੇ ਜੀ ਪਤਾ ਲੱਗ ਗਿਆ ਕਿ ਐਂਡ ਤਾਂ ਇੱਕ ਦਿਨ ਸਰੀਰ ਦਾ ਆਉਣਾ। ਤੇ ਉਹ ਆਪ ਵੀ ਲਿਖ ਕੇ ਦੱਸ ਸਕਦਾ ਕਿ ਇੰਨੇ ਦਿਨਾਂ ਨੂੰ, ਇੰਨੇ ਸਾਲਾਂ ਨੂੰ ਮੈਂ ਇਸ ਦਿਨ ਇੱਥੋਂ ਚਲੇ ਜਾਣਾ। ਚਲੇ ਜਾਣਾ ਦਾ ਮਤਲਬ ਮੈਂ ਚਲੇ ਜਾਣਾ, ਮੈਂ ਤਾਂ ਫਿਰ ਐਂ ਰਹੂੰਗਾ ਨਾ। ਇਹਦਾ ਮਤਲਬ ਕਾਲ ਜੰਮ ਜੋ ਨਹੀਂ ਸਕਦਾ ਜਿਹੜਾ ਜਾਗ ਗਿਆ, ਤੇ ਜਿਹੜਾ ਸੁੱਤਾ ਪਿਆ ਉਹ ਫਿਰ ਮਰ ਮਰ ਜੰਮਾ, ਬਹੁਤ ਸਜਾਈ ਪਿਆ ਉਹਦੇ ਇਸ ਲੰਬੇ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਮਹਾਰਾਜ ਕਹਿੰਦੇ ਭਗਤਾਂ ਨੂੰ ਕੋਈ ਜੋ ਨਹੀਂ ਸਕਦਾ, ਤੇ ਉਹਨਾਂ ਕੋਲੇ ਹੈ ਕੀ ਇਹੋ ਜਿਹਾ ਜਿਹੜੇ ਭਗਤ ਆ? ਕੇਵਲ ਰਾਮ ਨਾਮ ਮਨ ਵਸਿਆ। ਉਹ ਜਿਹੜਾ ਰਮਿਆ ਹੋਇਆ ਰਾਮ ਆ ਨਾ, ਜਿਹੜਾ ਕਣ ਕਣ ਦੇ ਵਿੱਚ ਆ, ਪੂਰੇ ਸੰਸਾਰ ਦੇ ਵਿੱਚ ਆ, ਉਹੀ ਵਸਿਆ ਹੋਇਆ। ਕੇਵਲ ਰਾਮ ਨਾਮ ਮਨ ਵਸਿਆ, ਉਹੀ ਜਵਾਨ 'ਤੇ ਆ, ਉਹੀ ਮਨ 'ਚ ਆ। ਨਾਮੇ ਹੀ ਮੁਕਤ ਪਾਈ, ਉਹਦੇ ਨਾਮ ਦੇ ਕਾਰਨ ਹੀ ਮੁਕਤੀ ਮਿਲ ਗਈ।
ਉਹਨੇ ਦਰ ਖੋਲ੍ਹਤੇ ਉਹਦੇ ਲਈ। ਰਾਮ ਨਾਮ ਹੀ ਤਾਂ ਚਾਬੀ ਆ ਉਹਦੀ। ਜਦੋਂ ਚਾਬੀ ਤੁਹਾਡੇ ਕੋਲ ਆ, ਕਿਸੇ ਨੂੰ ਪੁੱਛਣ ਦੀ ਕੀ ਲੋੜ ਆ, ਜਾ ਕੇ ਲਾਉਣੀ ਆ, ਖੋਲ੍ਹ ਕੇ ਅੰਦਰ ਚਲੇ ਜਾਣਾ। ਇਹੀ ਤਾਂ ਇੱਕ ਖੇਡ ਆ। ਇਹੀ ਬੀਜ ਮੰਤਰ ਆ ਜਿਹੜੇ ਅਸੀਂ ਭੁਲਾ ਬੈਠੇ ਆ, ਜਿਹੜੇ ਸਾਥੋਂ ਖੋਲੇ ਆ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ ਉਹ ਭਗਤਾ। ਤੇ ਇਹਦੇ ਨਾਮ ਨਾਲ ਹੀ ਮੁਕਤੀ ਆ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਮਹਾਰਾਜ ਜੀ ਕਹਿੰਦੇ ਜਿਹੜੇ ਭਾਵਨਾ ਨਾਲ ਉਹਦੇ ਨਾਲ ਜੁੜ ਜਾਂਦੇ ਆ ਨਾ, ਦੁਨਿਆਵੀ ਕੋਈ ਮੰਤਰੀ, ਕੋਈ ਮੁੱਖ ਮੰਤਰੀ ਭਰੀ ਸਭਾ ਦੇ ਵਿੱਚ, ਲੱਖਾਂ ਦੇ ਇਕੱਠ 'ਚ ਸਟੇਜ 'ਤੇ ਤੁਹਾਨੂੰ ਖੜੇ ਕਰਕੇ ਕਹਦੇ ਆ ਮੇਰਾ ਪੁੱਤਰ ਆ, ਸਿਰ 'ਤੇ ਹੱਥ ਰੱਖ ਦੇ, ਇਹ ਮੇਰਾ ਲਾਡਲਾ ਹੈ, ਬਸ ਦੋ ਗੱਲਾਂ ਕਹੀਆਂ ਵਾਧੂ ਆ। ਕਿਵੇਂ ਸੰਕੇਤ ਜਾਂਦਾ ਸਾਰੀਆਂ ਸ਼ਕਤੀਆਂ ਨੂੰ, ਸਾਰੇ ਪ੍ਰਸ਼ਾਸਨ ਨੂੰ। ਉਹਨੂੰ ਕਹਿਣਾ ਨਹੀਂ ਪੈਂਦਾ ਕਿਸੇ ਨੂੰ ਕਿ ਅਸੀਂ ਕੌਣ ਹੁੰਦੇ ਆ ਜਾਂ ਸਾਡਾ ਕੰਮ ਕਰੋ, ਕੰਮ ਹੋਣੇ ਸ਼ੁਰੂ ਹੋ ਜਾਂਦੇ ਆ। ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਕਿਉਂਕਿ ਜਦੋਂ ਕੋਈ ਗੁਰੂ ਦਾ ਬਣ ਜਾਂਦਾ, ਗੁਰੂ ਨਾਲ ਜੁੜ ਜਾਂਦਾ, ਤੇ ਸਹਿਜ ਸੁਭਾਈ ਰਿੱਧ ਸਿੱਧ ਤਾਂ ਵਰਤਣੀ ਸ਼ੁਰੂ ਹੋ ਜਾਂਦੀ ਹੈ। ਜਿਹੜੇ ਅੰਨ ਧਨ ਖਾਤਰ ਅਸੀਂ ਕਿੰਨੇ ਤਰੱਦਦ ਕਰਦੇ ਹਾਂ, ਉਹ ਤਾਂ ਵੈਸੇ ਹੀ ਆਉਣਾ ਸ਼ੁਰੂ ਹੋ ਜਾਂਦਾ। ਫਿਕਰ ਇਸ ਯੁੱਗ 'ਚ ਇਕੱਲੇ ਨੂੰ ਖਾਣਾ ਖਾਣ ਦਾ ਹੈ, ਪਰ ਜਿਹੜਾ ਉਹਦੇ 'ਤੇ ਡੋਰੀ ਛੱਡ ਕੇ ਤੁਰ ਪੈਂਦਾ ਨਾ, ਉਹਦੇ ਨਾਲ 100 ਬੰਦਾ ਹੋਰ ਵੀ ਰੋਜ਼ਾਨਾ ਖਾਂਦਾ, ਹਜ਼ਾਰਾਂ ਖਾਂਦੇ ਆ। ਭਾਈ ਰਵੀ ਖਾਲਸਾ ਵਰਗੇ, ਰਵੀ ਸਿੰਘ ਖਾਲਸਾ, ਖਾਲਸਾ ਏਡ ਬਾਰੇ ਲੱਖਾਂ, ਹਜ਼ਾਰਾਂ ਨਹੀਂ ਲੱਖਾਂ ਖਾਂਦੇ ਆ ਉਹਨਾਂ ਨਾਲ। ਫਿਰ ਉਹਨਾਂ ਥਾਵਾਂ 'ਤੇ ਜਿੱਥੇ ਜਾਨਾਂ ਬਚਾ ਦੁਨੀਆ ਭਜਦੀ ਹੈ, ਅਤੇ ਭਗਤ ਉੱਥੇ ਜਾ ਖੜਦੇ ਆ। ਇਹ ਆ ਉਹਦੀਆਂ ਕਰਾਮਾਤਾਂ, ਜਿਹੜੀਆਂ ਅਲੌਕਿਕ ਕਰਾਮਾਤਾਂ ਸਾਡੇ ਸਾਹਮਣੇ ਵਰਤ ਰਹੀਆਂ। ਪਰ ਫਿਰ ਵੀ ਇੰਨਾ ਕੁਛ ਅੱਖੀਂ ਦੇਖ ਕੇ ਵੀ ਮਹਾਰਾਜ ਕਹਿੰਦੇ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ। ਕਹਿੰਦੇ ਜਿਹੜੇ ਮਨ ਮੁੱਖ ਆ ਨਾ, ਉਹਨਾਂ ਨੂੰ ਫਿਰ ਵੀ ਪ੍ਰਤੀਤ ਨਹੀਂ ਆਉਂਦੀ। ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੇ, ਅੰਤਰ ਲੋਭ ਸੁਆਓ। ਅੰਦਰ ਲੋਭ ਦਾ ਜਿਹੜਾ ਸੁਆਓ ਆ ਨਾ, ਸਵਾਰਥ ਹੈ, ਗਰਜੋ ਭਰੀ ਹੋਈ ਹੈ। ਫਿਰ ਉਹਨੂੰ ਹਰ ਚੀਜ਼ ਹੀ ਐਂ ਲੱਗਦੀ ਆ ਵੀ ਗਲਤ ਹੋ ਰਿਹਾ। ਇੱਕ ਕੋਈ ਸੰਤ ਹੁਣ ਉਹਦੀ ਚੱਲ ਰਹੀ ਹੈ ਬਹੁਤ ਜ਼ਿਆਦਾ ਗੱਲ, ਉਹਦੀ ਵਿਆਖਿਆ ਕਰੀ ਕਿਸੇ ਚੰਗੇ ਸਿੱਖ ਵਿਦਵਾਨ ਨੇ, ਜਿੰਨੇ ਉਹਦੇ 'ਚ ਗੁਣ ਹੈ ਸਾਰਿਆਂ ਦੀ ਵਿਆਖਿਆ ਪਤਾ ਕੀ ਕਰੀ। ਲੋਕ ਪਾਗਲ ਆ ਜਿਹੜੇ ਜਾਂਦੇ ਆ, ਭਰਮ 'ਚ ਪਏ ਹੋਏ ਆ। ਲੰਗਰ ਫ੍ਰੀ ਤਾਂ ਜਾਣ ਬੁੱਝ ਕੇ ਇੱਕ ਮਗਰ ਲਾਉਣ ਦਾ ਤਰੀਕਾ। ਜਿਹੜੇ ਲੜਕੀਆਂ ਦੇ ਵਿਆਹ ਕਰਦੇ ਆ, ਉਹ ਵੀ ਫਸਾਉਣ ਦਾ ਤਰੀਕਾ ਲੋਕਾਂ ਨੂੰ। ਦੇਖੋ ਜਿੰਨੇ ਗੁਣ ਸਾਰੇ ਅੱਗੇ ਉਗਣ ਆ। ਵਾਹੋ ਬਬਰ ਸ਼ੇਰੋ। ਅਸੀਂ ਕਰੀਏ ਤਾਂ ਉਹ ਸਮਾਜ ਸੇਵਾ ਚੜ੍ਹਦੀ ਕਲਾ, ਜੇ ਕੋਈ ਹੋਰ ਕਰੇ ਤਾਂ ਉਹ ਗਲਤ। ਕਾਹਦੇ ਲਈ? ਚੜ੍ਹਤ ਨਹੀਂ ਜਰੀ ਜਾਂਦੀ, ਹੋਰ ਕੁਛ ਨਹੀਂ ਹੈ। ਕਿੰਨੇ ਹੀ ਵਿਚਾਰੇ ਇੱਥੇ ਰੁਲਦੇ ਫਿਰਦੇ ਆ ਮੇਰੇ ਵਰਗੇ, ਕਿਹਦੇ ਨਾਲ ਕੋਈ ਝਗੜਦਾ ਤੇ ਕਿਹਨੂੰ ਕੋਈ ਕੁਛ ਕਹਿੰਦਾ। ਪਰ ਜਿੱਦੇ ਕੋਈ ਚੜ੍ਹਾਈ ਹੋ ਜਾਂਦੀ ਹੈ, ਫਿਰ ਸਾਰੇ ਔਗੁਣ ਦੱਸਣ 'ਤੇ ਹੋ ਜਾਂਦੇ ਆ। ਇਹ ਮਨਮੁੱਖ ਮਹਾਰਾਜ ਕਹਿੰਦੇ ਮਨ ਮੁੱਖਾਂ ਨੂੰ ਪ੍ਰਤੀਤ ਨਾ ਵੀ, ਸਾਰਾ ਕੁਝ ਸਾਹਮਣੇ ਵਾਪਰਦਾ ਦੇਖ ਕੇ ਭੋਲੀ ਭਾਲੀ ਜਨਤਾ ਨੂੰ ਫਸਾਉਣ ਵਾਸਤੇ ਆ ਸਾਰਾ ਕੁਝ। ਕੋਈ ਜਨਤਾ ਭੋਲੀ ਭਾਲੀ ਨਹੀਂ ਕਿਤੇ ਵੀ, ਕੋਈ ਕਿਸੇ ਤੋਂ ਚੁੰਡੀ ਨਹੀਂ ਵੜਾਉਂਦਾ। ਜਿੰਨਾ ਚਿਰ ਮੂਹਰੋਂ ਅਗਲਾ ਦੇਂਦਾ ਨਹੀਂ ਨਾ ਹੈ, ਨੇਲੇ ਤੇ ਦੇਲਾ ਵੱਜਦਾ, ਕੋਈ ਨਹੀਂ ਮੰਨਦਾ ਹੈ। ਮਹਾਰਾਜ ਕਹਿੰਦੇ ਪਰ ਫਿਰ ਵੀ ਇਹ ਇੱਕ ਕੈਟਾਗਰੀ ਹੈ ਸੰਸਾਰ 'ਚ, ਮਨ ਮੁੱਖਾਂ ਨੂੰ ਪ੍ਰਤੀਤ ਨਾ ਵੀ, ਅੰਤਰ ਲੋਭ ਸੁਆਓ। ਕਿਉਂਕਿ ਅੰਦਰ ਲੋਭ, ਪੈਸੇ ਵਾਲੀ ਅੱਖ, ਪੈਸੇ ਹੀ ਦੇਖੀ ਜਾਂਦੀ ਹੈ। ਕਿੰਨੇ ਲੋਕ ਆ, ਕਿੰਨਾ ਪੈਸਾ ਟੇਕਦੇ ਹੋਣਗੇ, ਇੰਨੇ ਲੱਖਾਂ ਕਰੋੜਾਂ ਇਕੱਠੇ ਹੋ ਗਏ, ਜੇ ਇੰਨਾ ਕੁ ਲਾ ਵੀ ਦਿੱਤਾ ਫਿਰ ਵੀ ਕੀ ਗੱਲ ਆ, ਐਂ ਚੱਲੀ ਜਾਂਦਾ। ਅਤੇ ਮਹਾਰਾਜ ਕਹਿੰਦੇ ਭਾਈ ਫਿਰ ਇਹਦਾ ਤਾਂ ਇਲਾਜ ਨਹੀਂ ਮਨਮੁੱਖਾਂ ਦਾ ਕੋਈ। ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਓ। ਕਹਿੰਦੇ ਉਹਨਾਂ ਨੇ ਗੁਰਮੁਖ ਹੋ ਕੇ ਆਪਣੇ ਅੰਤਰਾਤਮੇ ਮੁੱਖ ਨਹੀਂ ਮੋੜਿਆ। ਜੇ ਕਿਤੇ 5 ਮਿੰਟ ਵੀ ਲਾਉਣ ਲੱਗ ਜਾਂਦੇ ਨਾ, ਗੱਲ ਬਣ ਜਾਣੀ ਸੀ। ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਿਰਦੇ 'ਚੋਂ ਵਸਾਇਆ ਨਾ ਸ਼ਬਦ, ਵਿੱਚ ਦੀ ਲੰਘਾਈ ਨਾ ਉਤਾਰ। ਹਰ ਨਾਮ ਨਾ ਲਾਗਾ ਭਾਓ, ਹਰੀ ਨਾਮ ਨਾਲ ਭਾਓ ਨਹੀਂ ਲੱਗਿਆ, ਪਿਆਰ ਨਹੀਂ ਪਿਆ। ਜਦੋਂ ਅੰਤਰਾਤਮੇ ਬੁਣਤੀ ਬੁਣਨੀ ਪੈਂਦੀ ਹੈ ਨਾ, ਜਿਵੇਂ ਕਰੋਸੀਆ ਬੁਣਦੇ ਹੁੰਦੇ ਆ, ਅੱਖਾਂ ਬੰਦ ਹੀ ਕਰਨੀਆਂ ਪੈਂਦੀਆਂ। ਸ਼ੁਰੂ 'ਚ ਨਿੱਕੀਆਂ ਨਿੱਕੀਆਂ ਗੱਲਾਂ ਚੱਲਦੀਆਂ, ਨਿੱਕੇ ਨਿੱਕੇ ਥਾਟ, ਨਿੱਕੇ ਨਿੱਕੀਆਂ ਅਰਦਾਸਾਂ, ਨਿੱਕੇ ਨਿੱਕੇ ਸਿਸਟਮ। ਕਦੇ ਕੋਈ ਬੱਚੇ ਦੀ ਗੱਲ ਸੋਚ ਲਈ, ਕਦੇ ਕੁਛ ਸੋਚ ਲਿਆ, ਕਦੇ ਉਹਦਾ ਸ਼ੁਕਰਾਨਾ ਕਰਤਾ, ਕਦੇ ਉਹਦਾ ਕਰਤਾ। ਨਿੱਕੇ ਨਿੱਕੇ ਸ਼ੁਕਰਾਨੇ,
ਫਿਰ ਕਰਦੇ ਕਰਦੇ ਵੱਡੀਆਂ ਚੀਜ਼ਾਂ ਸਾਹਮਣੇ ਆਉਣ ਲੱਗ ਜਾਂਦੀਆਂ। ਬੜੇ ਦਰਸ਼ਨ ਦਿਦਾਰੇ ਪਾਤਸ਼ਾਹ ਬਖਸ਼ਦੇ ਆ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਲਾਓ। ਸਤਿਗੁਰੂ ਕਹਿੰਦੇ ਜੇ ਕੋਈ ਝੂਠ ਦਾ, ਕਪਟ ਦਾ ਲਿਫਾਫਾ ਬਣਾ ਲੈਂਦਾ ਨਾ, ਬਵੰਡਰ ਖੜਾ ਕਰ ਲੈਂਦਾ, ਕੋਈ ਹੋਵੇ ਉਹ, ਕੋਈ ਵੀ ਆਪਦਾ ਡਰਾਮੇਬਾਜ਼ੀ ਖੜੀ ਕਰ ਲਿਆ ਆਸੇ ਪਾਸੇ, ਪਰ ਕਹਿੰਦੇ ਬਹੁਤਾ ਚਿਰ ਨਹੀਂ ਹੁੰਦਾ। ਜਿਵੇਂ ਕਹਿੰਦੇ ਨਾ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ, ਬਹੁਤੀ ਦੇਰ ਕੁਛ ਵੀ ਨਹੀਂ ਚੱਲਦਾ। ਮਹਾਰਾਜ ਕਹਿੰਦੇ ਕੂੜ ਕਪਟ ਪਾਜ ਲੈ ਜਾਸੀ, ਉਹਨੇ ਜਿਹੜੇ ਬਣਾਏ ਹੁੰਦੇ ਆ ਨਾ ਭਰਮ, ਉਹ ਲੈ ਜਾਣੇ ਇੱਕ ਦਿਨ। ਮਨ ਮੁਖ ਫੀਕਾ ਲਾਓ, ਕਿਉਂਕਿ ਜਿਹੜਾ ਮਨ ਦੇ ਮਗਰ ਹੀ ਲੱਗਿਆ ਵਾ, ਇਕੱਲੇ ਫੁਰਨਿਆਂ ਚ ਉਲਝਿਆ ਵਾ, ਤੇ ਉਹਦਾ ਕਹਿਣਾ ਵੀ ਫਿੱਕਾ, ਉਹਦੇ ਬੋਲ ਵੀ ਫਿੱਕੇ ਆ, ਉਹ ਰੁੱਖਾ ਸੁੱਖਾ। ਉਹ ਤੋਂ ਕਿਸੇ ਦਿਨ ਇਹੋ ਜਿਹਾ ਕੁਛ ਹੋਣਾ ਕਿ ਸਾਰਾ ਪਾਜ ਲੈ ਜਾਣਾ, ਉਹ ਬਣਾਇਆ ਹੋਇਆ ਡਰਾਮਾ ਸਾਰਾ ਟੁੱਟ ਜਾਣਾ। ਮਹਾਰਾਜ ਕਹਿੰਦੇ ਝੂਠਾ ਨਾ ਜਿਹੜਾ ਕੂੜ ਵਾਲਾ, ਉਹ ਬਹੁਤਾ ਚਿਰ ਨਹੀਂ ਚੱਲਦਾ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਜਿਹੜੇ ਤੇਰੇ ਭਗਤ ਆ, ਜਿਹੜੇ ਤੇਰੇ ਤੇ ਛੱਡ ਕੇ ਚੱਲਦੇ ਆ, ਉੱਥੇ ਤੂੰ ਆਪ ਵਰਤਦਾ। ਉਹਨਾਂ ਦੇ ਕੰਮਾਂ 'ਚ, ਕਾਰਾਂ 'ਚ, ਉਹਨਾਂ ਦੀ ਹਰ ਗੱਲ ਦੇ ਵਿੱਚ ਇੱਕ ਲੈ ਦਿਸੂਗੀ। ਉਹਨਾਂ ਨਾਲ ਗੱਲ ਕਰਿਆ ਇੱਕ ਲੈ ਦਿਸੂਗੀ, ਉਹਨਾਂ ਦੇ ਦਰਸ਼ਨ ਕੀਤਿਆਂ ਇੱਕ ਠੰਡ ਪਊਗੀ। ਵਾਰੀ ਵਾਰੀ ਜੀ ਕਰੂ ਕਿ ਉਹਨਾਂ ਦੇ ਕੋਲ ਜਾਈਏ, ਵਾਰੀ ਵਾਰੀ ਦਿਲ ਕਰੂ ਦਰਸ਼ਨ ਕਰਨ ਨੂੰ, ਕਿਉਂਕਿ ਉਹਦੇ ਆ ਉਹ ਰਾਮ ਦੇ ਕੂਕਰ ਆ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਉਹਨਾਂ ਨੇ ਤੈਨੂੰ ਜਾਣਿਆ, ਉਹਨਾਂ ਨੇ ਪਹਿਚਾਣਿਆ, ਉਹਨਾਂ ਨੇ ਸਾਂਝ ਪਾਈ ਹੈ ਤੇਰੇ ਨਾਲ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਇੱਕੋ ਪੁਰਖ ਵਿਧਾਤਾ। ਇਹ ਸਾਰੀ ਸ੍ਰਿਸ਼ਟੀ ਤੇ ਨਾ ਇੱਕ ਤੂੰ ਮਾਇਆ ਦਾ ਮੋਹ ਪਾਇਆ ਹੋਇਆ, ਪ੍ਰੈਸ਼ਰ ਛਿੜਕਿਆ ਇੱਕ ਸਾਰੀ ਸ੍ਰਿਸ਼ਟੀ ਤੇ ਉਹਦੇ ਵਿੱਚ ਛੁਪ ਕੇ ਆਪ ਬਹਿ ਗਿਆ। ਮਾਇਆ ਮੋਹ ਸਭ ਲੋਕ ਹੈ ਤੇਰੀ, ਸਭ ਕੁਛ ਤੇਰਾ ਹੀ ਆ, ਤੂੰ ਇੱਕੋ ਪੁਰਖ ਵਿਧਾਤਾ। ਪਰ ਤੂੰ ਇੱਕ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਓਅੰਕਾਰ ਕਿਹਾ। ਉਹਦੀ ਜਿਹੜੀ ਸੱਤਾ ਨਾ ਇੱਕ ਓਂਕਾਰ ਦੀ, ਉਹੀ ਸਰਬ ਵਿਆਪਕ ਆ। ਜਿਹਨੂੰ ਕਰਤਾ ਕਰਤਾ ਪੁਰਖ, ਉਹੀ ਪੁਰਖ ਮਹਾਰਾਜ ਕਹਿੰਦੇ ਤੂੰ ਵਿਧਾਤਾ, ਤੂੰ ਰਮਿਆ ਹੋਇਆ ਸਭ 'ਚ, ਤੂੰ ਆਪ ਹੀ ਆ। ਹਉਮੈ ਮਾਰ ਮਨਸਾ ਮਨਹਿ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਪਰ ਕਹਿੰਦੇ ਪਤਾ ਨਹੀਂ ਕੀ ਕਾਰਨ ਹੈ, ਤੂੰ ਨਿਜਮ ਹੀ ਐਸਾ ਬਣਾਤਾ, ਜਿੰਨਾ ਚਿਰ ਹਉਮੈ ਆ ਤੇਰਾ ਕੋਈ ਰੰਗ ਹੀ ਨਹੀਂ ਦਿੰਦਾ, ਤੇਰੀ ਸਮਝ ਹੀ ਨਹੀਂ ਆਉਂਦੀ। ਹਉਮੈ ਮਾਰ, ਹਉਮੈ ਨੂੰ ਪਹਿਲਾਂ ਪਿੱਛੇ, ਮਨਸਾ ਜਿਹੜੀ ਮਨ ਦੇ ਵਿੱਚ ਚੱਲ ਰਹੀਆਂ 24 ਘੰਟਿਆਂ ਦੀਆਂ ਚਿਤਵਣੀਆਂ, ਮਨੈ ਸਮਾਣੀ ਗੁਰ ਕੈ ਸ਼ਬਦ ਪਛਾਤਾ। ਜਦੋਂ ਇਹ ਮਨ ਦੇ ਵਿੱਚ ਗੱਲ ਉਹ ਪਹੁੰਚਦੀ ਹੈ, ਇੱਕ ਲੀਹ ਬਣ ਕੇ ਤੁਰਦੀ ਹੈ ਗੁਰੂ ਦੀ ਗੱਲ, ਗੁਰੂ ਦੀ ਟੋਨ ਜਿਹੜੀ ਇੱਕ ਵਾਰੀ ਗੁਰੂ ਨੇ ਬਖਸ਼ਿਸ਼ ਕਰਤੀ, ਤਾਂ ਮਹਾਰਾਜ ਕਹਿੰਦੇ ਫਿਰ ਸ਼ਬਦ ਦਾ ਜਿਹੜਾ ਉਹ ਸਰਬ ਵਿਆਪਕ ਜਿਹੜਾ ਆਦਿ ਤੋਂ ਸੱਚ ਹੈ, ਤੇ ਕਹਿੰਦੇ ਗੁਰ ਕਾ ਸ਼ਬਦ ਪਛਾਤਾ, ਉਹ ਗੁਰੂ ਦਾ ਸ਼ਬਦ ਪਹਿਚਾਣ 'ਚ ਆ ਜਾਂਦਾ। ਹਉਮੈ ਮਾਰ ਮਨਸਾ ਮਨੈ ਸਮਾਣੀ, ਹਉਮੈ ਨੂੰ ਮਾਰਿਆ ਪਾਸੇ ਹੋਈ, ਗੁਰ ਕਾ ਸ਼ਬਦ ਪਛਾਤਾ, ਗੁਰੂ ਦਾ ਸ਼ਬਦ ਅੱਗੇ ਆ ਗਿਆ। ਉਹ ਸਰਬ ਵਿਆਪਕ ਸ਼ਬਦ, ਉਹ ਅਲੌਕਿਕ ਧੁਨੀ ਜਿਹੜੀ ਹੋ ਰਹੀ ਆ, ਜਾਣਾ ਤਾਂ ਉਹਦੇ ਨੇੜੇ ਆ। ਕਿਤੋਂ ਸ਼ੁਰੂ ਕਰ ਲਓ, ਬਹਿਣਾ ਪੈਣਾ, ਇੱਕ ਟੱਕ, ਇੱਕ ਮਨ, ਇੱਕ ਚਿੱਤ ਹੋਣਾ ਪੈਣਾ। ਦੇਖ ਲਓ ਕਦੋਂ ਹੋ ਸਕਦੇ ਹੋ। ਇਹ ਮਨ ਆ ਨਾ ਜਿਹੜਾ, ਇਹ ਬੜਾ ਪਰ ਲਾਡਲਾ ਵੀ ਹੈ, ਇਹਨੂੰ ਨਾ ਬਰਿਆ ਕੇ ਰੱਖਣਾ ਚਾਹੀਦਾ। ਵੈਸੇ ਵਿਚਾਰੇ ਨੂੰ, ਇਹਨੂੰ ਕਹੋ ਯਾਰ 1 ਮਿੰਟ, ਬਸ 1 ਮਿੰਟ ਤੂੰ ਦੇਖ, ਘੰਟਾ ਟਾਈਮ ਆ ਆਪਣੇ ਕੋਲੇ, 59 ਮਿੰਟ ਮੈਂ ਤੇਰੀ ਸੁਣੂੰਗਾ, ਤੇਰੀਆਂ ਹੀ ਗੱਲਾਂ, ਤੇਰੇ ਹੀ ਮੈਂ ਮੈਸੇਜ ਪੜ੍ਹਾਊਂ ਤੈਨੂੰ WhatsApp 'ਤੇ ਸਾਰੇ। 1 ਮਿੰਟ ਦੇ, ਮੈਂ ਅੱਖਾਂ ਬੰਦ ਕਰਾਂ ਤੇ ਮੈਂ ਇੱਕ ਚੁੱਭੀ ਮਾਰਿਆ ਵਾਂ। ਜਿੱਦੇ ਬਾਹਰੀ ਰਸਾਂ ਦੀ ਬਜਾਏ ਇਹਨੂੰ ਲੱਗਿਆ ਕਿ ਅੱਖਾਂ ਬੰਦ ਕਰੇ ਤੋਂ ਰਸ ਵੱਧਦਾ, ਇਹਨੇ ਬਗਾਵਤ ਕਰ ਦੇਣੀ। ਉਹਦੀ ਰੱਖ ਦੇ ਫੋਨ ਪਾਸੇ, ਹੁਣ ਚੱਲ, ਇਹਨੇ ਕਿਹਾ ਕਰਨਾ ਚੱਲ ਗੁਰੂ ਘਰ ਚੱਲ, ਬੈਠੀਏ ਕਿਸੇ ਕੋਣ 'ਚ ਚੱਲ ਕੇ, ਲਾ ਕੀਰਤਨ ਕਿਹੜਾ ਸੁਣਨਾ ਚਾਹਣਾ। ਤੇ ਜੇ ਕਿਤੇ ਵੀ ਕੁਛ ਵੀ ਨਹੀਂ ਹੈ, ਕਹਿੰਦਾ ਫਿਰ ਉਸੇ ਨੂੰ ਸੁਣੀਏ ਜਿਹੜੀ ਉਹਦੇ ਧੁਨ ਸੁਣੀ ਸੀ, ਅਣਹਦ ਨਾਦ।
ਇਹ ਬੜਾ ਪਿਆਰਾ, ਪਰ ਵਿਚਕਾਰ ਕੇ ਲਿਆਉਣਾ ਪੈਂਦਾ ਇਹਨੂੰ, ਮਿੰਤ ਬਾੜੀਆਂ ਕਰ ਕਰ ਕੇ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਮਹਾਰਾਜ ਕਹਿੰਦੇ ਆ ਕੰਮਾਂ ਕੁੰਮਾਂ ਦੇ ਇੰਨੇ ਸੰਸੇ ਨਾ ਕਰਿਆ ਕਰੋ, ਤੁਸੀਂ ਉਹਦੇ ਹੋਵੋ ਤਾਂ ਸਹੀ, ਬਣੋ ਤਾਂ ਸਹੀ। ਤੁਸੀਂ ਤਾਂ ਹਲੇ ਚਿੱਤ 'ਚ ਵੀ ਨਹੀਂ ਸੋਚੇ ਹੋਣੇ। ਉਹਨੇ ਪਹਿਲਾਂ ਪਲਾਨ ਬਣਾ ਰੱਖਿਆ ਕਿ ਫਲਾਨੇ ਸਾਲ, ਫਲਾਨੇ ਦਿਨ, ਫਲਾਨੇ ਟਾਈਮ ਨੂੰ ਇਹਨੂੰ, ਮੇਰੇ ਭਗਤ ਨੂੰ ਇੱਥੇ ਆਹ ਪ੍ਰਾਪਤੀ ਕਰਾਉਣੀ ਹੈ, ਇੱਥੋਂ ਆਹ ਚੀਜ਼ ਦਾ ਵਿਛੋੜਾ ਪੈਣਾ ਅਤੇ ਇੱਧਰੋਂ ਆਹ ਮਿਲਾਪ ਕਰਾ ਦੇਣਾ। ਸਾਰਾ ਕੁਛ ਪਹਿਲਾਂ ਹੀ ਕਰਿਆ ਪਿਆ ਫਿਲਮ ਵਾਂਗੂ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਤੁਹਾਨੂੰ ਪਿਆਰਾ ਤਾਂ ਲੱਗੇ ਨਾ, ਕਿੰਨੇ ਹੀ ਤਾਕਤ ਵਾਲੀ ਕੋਈ ਚੀਜ਼ ਹੋਵੇ, ਕਿੰਨੇ ਵਧੀਆ ਫਰੂਟ ਹੋਣ, ਜਿਵੇਂ ਵਾਪਰਦਾ ਅੱਜ ਕੱਲ੍ਹ ਆਮ ਆਪਣੇ ਨਾਲ, ਡਾਕਟਰ ਵੀ ਦੱਸ ਦਿੰਦੇ ਫਲਾਨਾ ਖਾ ਲਾ, ਪਰ ਜਦੋਂ ਚੰਗਾ ਹੀ ਨਾ ਲੱਗੇ ਚਿੱਤ ਨੂੰ, ਕਿੰਨਾ ਹੀ ਚੰਗਾ ਹੋਵੇ, ਫਿਰ ਕਰੀਏ ਕੀ? ਨਹੀਂ ਜੀ ਕਰਦਾ। ਜੇ ਕੋਈ ਖਵਾ ਵੀ ਦੇਵੇ ਬੰਦਾ ਛੱਡ ਦਿੰਦਾ। ਮਹਾਰਾਜ ਕਹਿੰਦੇ ਸੰਕਲਪ ਲੈ ਕੇ ਤੂੰ ਉਹਨੂੰ ਪਿਆਰਾ ਤਾਂ ਮੰਨ, ਪਹਿਲਾਂ ਆਜੂ ਸਭ ਕੁਛ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਇਹ ਇੱਕ ਤਰ੍ਹਾਂ ਦੀ ਸ਼ਰਤ ਹੀ ਆ, ਇਹਨੂੰ ਸਮਝੋ। ਵਿੱਚੋਂ ਕੰਮ ਉਹਨਾਂ ਦੇ ਕਰਨੇ ਆ ਉਹਨੇ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ। ਤੇ ਪਿਆਰਾ ਹਰੀ ਨਾਮ ਤਾਂ ਹੀ ਲੱਗੂ ਨਾ ਜੇ ਕੋਈ ਗੁਰੂ ਦੱਸੂਗਾ ਹਰੀ ਨਾਮ ਹੈ ਕੀ। ਜੇ ਕਿਸੇ ਦੀ ਸੇਵਾ ਕਰਾਂਗੇ, ਆਹ ਬ੍ਰਹਮੰਡ ਦੇ ਵਿੱਚੋਂ ਸਿੱਧੀ ਧੁਨੀ ਤਾਂ ਸੁਣਨੋਂ ਰਹੀ, ਆਪਾਂ ਨੂੰ ਐਡਾ ਤਾਂ ਕੋਈ ਭਾਗਾਂ ਵਾਲਾ ਹੁੰਦਾ ਨਹੀਂ। ਕੋਈ ਹੁੰਦਾ ਜਨਮਾਂ ਜਨਮਾਂ ਦੀ ਤਪੱਸਿਆ ਕਰੀ ਵੀ ਹੈ ਤਾਂ ਬਚਪਨ ਤੋਂ ਹੀ ਸਮਝ ਪੈਣੀ ਸ਼ੁਰੂ ਹੋ ਸਕਦੀ ਆ। ਇਹ ਹੋ ਸਕਦਾ ਕੋਈ ਲੱਖਾਂ 'ਚ ਕੇਸ ਇੱਕ ਅੱਧਾ, ਪਰ ਪਹਿਲਾਂ ਤਾਂ ਇਹ ਬ੍ਰਹਮੰਡ ਦੇ ਵਿੱਚੋਂ ਹੀ ਗੁਰੂ ਨੂੰ ਪਰਮੇਸ਼ਰ ਮੰਨਣਾ ਪੈਣਾ। ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਦੇ ਸ਼ਬਦ ਰਾਹੀਂ ਉਹਨੇ ਆਪਣੇ ਕੰਨ 'ਚ ਪਹੁੰਚਣਾ, ਗੁਰੂ ਦੀ ਸੇਵਾ ਰਾਹੀਂ ਸੇਵਾ ਹੋਣੀ ਆ। ਤੇ ਮਹਾਰਾਜ ਕਹਿੰਦੇ ਤੂੰ ਆ ਇਸ ਕੈਟਾਗਰੀ 'ਚ। ਚਿੰਤ ਕੰਮ ਕਰੈ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਇਹ ਹਰੀ ਦਾ ਨਾਮ ਬੜਾ ਪਿਆਰਾ ਲੱਗਦਾ। ਗੁਰ ਪ੍ਰਸ਼ਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਜਦੋਂ ਤੂੰ ਗੁਰੂ ਧਾਰ ਲੇਗਾ, ਗੁਰੂ ਕਿਰਪਾ ਵੀ ਕਰ ਦੂ। ਮਹਾਰਾਜ ਕਹਿੰਦੇ ਗੁਰ ਪ੍ਰਸ਼ਾਦ, ਗੁਰੂ ਦੀ ਕਿਰਪਾ ਨਾਲ ਸਦਾ ਮਨ ਵਸਿਆ, ਫਿਰ ਤੇਰੇ ਮਨ 'ਚ ਵਸਿਆ ਰਹੂ। ਜਿਹਦੇ ਨਾਲ ਪਿਆਰ ਹੋ ਜੇ ਨਾ, ਉਹਦਾ ਇੱਕ ਸ਼ਬਦ ਕਿਹਾ ਵਾ ਕਈ ਵਾਰ ਜ਼ਿੰਦਗੀ ਭਰ ਨਹੀਂ ਭੁੱਲਦਾ ਹੈ। ਤੇ ਗੁਰੂ ਤੋਂ ਪਿਆਰਾ ਕੋਈ ਹੋ ਨਹੀਂ ਸਕਦਾ। ਮਹਾਰਾਜ ਕਹਿੰਦੇ ਗੁਰ ਪ੍ਰਸ਼ਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਗੁਰੂ ਦੀ ਕਿਰਪਾ ਨਾਲ ਉਹ ਸਾਰੇ ਕਾਹੇ ਦੀ ਸਮਝ ਆ ਜਾਂਦੀ ਹੈ, ਉਹ ਮਨ 'ਚ ਵਸ ਜਾਂਦਾ ਕਿ ਜਿਹੜਾ ਸਾਰੇ ਕਾਰਜਾਂ ਨੂੰ ਸਵਾਰਦਾ। ਉਹਨਾਂ ਬਟਨਾਂ ਦਾ ਪਤਾ ਲੱਗ ਜਾਂਦਾ ਉਹ ਕਿੱਥੇ ਲੱਗੇ ਹੋਏ ਆ, ਜਿਹੜੇ ਨੱਪਣ ਨਾਲ। ਜਿਵੇਂ ਘਰੇ ਆਪਾਂ ਕਿਤੇ ਰਿਸ਼ਤੇਦਾਰੀ 'ਚ ਗਏ ਹੋਈਏ, ਉਹ ਕਹੇ ਕਿ ਜੇ ਭਾਈ ਪਾਣੀ ਮੁੱਕ ਜੇ ਤਾਂ ਇੱਥੋਂ ਆਹ ਬਟਨ ਨੱਪਦੀ, ਸਭ ਕੁਛ ਆਪੇ ਹੋ ਜੂ। ਉਹਨਾਂ ਦੀ ਸੈਟਿੰਗ ਇਹੋ ਜਿਹੇ ਹਿਸਾਬ ਨਾਲ ਕਰੀ ਵੀ ਹੋਵੇ ਤੇ ਅਸੀਂ ਨੱਪ ਗਏ ਤਾਂ ਉਹ ਭਰ ਜਾਂਦੀਆਂ ਟੈਂਕੀਆਂ ਟੋਂਕੀਆਂ, ਸਭ ਕੁਛ ਨਹਾਉਣ ਨੂੰ ਧੋਣ ਨੂੰ ਸਭ ਕੁਛ ਫੁੱਲ। ਉਸੇ ਤਰ੍ਹਾਂ ਪੁਆਇੰਟ ਸਾਡੇ ਅੰਦਰ ਹੀ ਆ, ਚੱਕਰ ਸਾਰੇ ਸਾਡੇ ਅੰਦਰ ਆ, ਹਜ਼ਾਰਾਂ ਨਾੜੀਆਂ ਸਾਡੇ ਅੰਦਰ ਆ, ਉਹ ਪੁਆਇੰਟ ਬਥੇਰੇ ਆ। ਪਰ ਗੁਰੂ ਨੂੰ ਪਤਾ ਕਿਹੜਾ ਪੁਆਇੰਟ ਨੱਪੇ ਤੋਂ ਆਨੰਦ ਆਉਣਾ, ਕਿਹੜੇ ਪੁਆਇੰਟ ਨੱਪੇ ਤੋਂ ਊਰਜਾ ਨੇ ਸਾਰੀ ਨੇ ਸਹਿਸਤਰਾਰ ਵੱਲ ਤੁਰ ਪੈਣਾ। ਇਹ ਗੁਰੂ ਪ੍ਰਸ਼ਾਦ ਹੀ ਵਾਪਰਦਾ। ਗੁਰ ਪ੍ਰਸ਼ਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਹਨਾਂ ਕੀ ਰੀਸ ਕਰੇ ਸੋ ਬੇਗੁੱਚਾ, ਜਿਨ ਹਰ ਪ੍ਰਭ ਹੈ ਰਖਵਾਰਾ। ਕਈ ਵਾਰੀ ਕੀ ਹੁੰਦਾ, ਮਹਾਰਾਜ ਕਹਿੰਦੇ ਜਿਹੜੇ ਤਾਂ ਭਰੋਸਾਏ ਹੋਏ ਆ, ਜਿਨ੍ਹਾਂ ਤੇ ਕਿਰਪਾ ਗੁਰੂਆਂ ਦੀ, ਜਿਨ੍ਹਾਂ ਦੇ ਸਿਰ 'ਤੇ ਹੱਥ ਹੈ ਬਾਜਾਂ ਵਾਲੇ ਦਾ, ਜਿਨ੍ਹਾਂ ਦੇ ਉੱਤੇ ਆਪਣੇ ਆਪਣੇ ਗੁਰੂ ਦਾ ਹੱਥ ਹੈ, ਉਹਨਾਂ ਦੀ ਕਈ ਵਾਰੀ ਕੋਈ ਰੀਸ ਦੇ ਵਿੱਚ ਉਵੇਂ ਕਰਨਾ ਚਾਹੁੰਦਾ ਸਾਰਾ ਕੁਛ ਹੀ, ਕਿ ਮੈਂ ਵੀ ਐਂ ਕਰਕੇ ਦਿਖਾਊਂ, ਜਾਂ ਮੈਂ ਕਿਹੜਾ ਘੱਟ ਹੈ। ਮਹਾਰਾਜ ਕਹਿੰਦੇ ਉਹਨਾਂ ਕੀ ਰੀਸ ਕਰੇ ਸੋ ਬੇਗੁੱਚਾ। ਉਹ ਕਹਿੰਦੇ ਕਿਸੇ ਰਾਹ ਨਹੀਂ ਪੈ ਸਕਦਾ, ਮਾਂਜਿਆ ਜਾਊ। ਜਿਨ ਹਰ ਪ੍ਰਭ ਹੈ ਰਖਵਾਰਾ, ਉਹਦੀ ਰੀਸ ਨਹੀਂ ਹੋ ਸਕਦੀ। ਜਿਵੇਂ ਕਹਿੰਦੇ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਕਿਆ ਕੋਈ। ਇਹ ਸਾਹਿਬ ਵਾਲਿਆਂ ਦੀਆਂ ਗੱਲਾਂ ਹੈ, ਸਾਹਿਬ ਵਾਲਿਆਂ ਦੀਆਂ ਰੀਸਾਂ ਨਹੀਂ ਹੋ ਸਕਦੀਆਂ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨਮੁਖ ਭੌਂਕ ਮੂਏ ਬਿਲ ਲਾਈ। ਕਹਿੰਦੇ ਕਈ ਵਾਰੀ ਗੁਰੂ ਵਾਲਿਆਂ ਦੀ ਰੀਸ ਨਾ, ਗੁਰੂ ਵਾਲਿਆਂ ਦੀ ਚੜ੍ਹਤ ਵੇਖ ਕੇ, ਗੁਰੂ ਵਾਲਿਆਂ ਦੀ ਟੌਰ ਵੇਖ ਕੇ, ਗੁਰੂ ਵਾਲਿਆਂ ਦੇ ਹੱਸਦੇ ਚਿਹਰੇ ਵੇਖ ਕੇ ਖਿਝ ਬਹੁਤ ਆਉਂਦੀ ਆ ਮਨਮੁਖਾਂ ਨੂੰ, ਬੜੀ ਖਿਝ ਆਉਂਦੀ ਆ, ਬੜਾ ਤੜਫਦੇ ਆ ਵਿਚਾਰੇ। ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਕਿਉਂਕਿ ਨੀਵਾਂ ਹੋਣਾ ਨਹੀਂ ਚਾਹੁੰਦੇ, ਸਤਿਗੁਰੂ ਕਿਸੇ ਨੂੰ ਕਹਿਣਾ ਨਹੀਂ ਚਾਹੁੰਦੇ,
ਰੀਸ ਕਰਦੇ ਉਹਨਾਂ ਦੀ ਜਿਨ੍ਹਾਂ ਨੇ ਸਤਿਗੁਰੂ ਸੇਵਿਆ ਵੀ ਇਸ ਢੰਗ ਨਾਲ ਕਿ ਸਤਿਗੁਰੂ ਨੇ ਕਿਰਪਾ ਹੀ ਅਪਾਰ ਕਰਤੀ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ। ਮਨਮੁਖ ਭੌਂਕ ਮੂਏ ਬਿਲ ਲਾਈ ਦੇ, ਕਿੱਡਾ ਸਖਤ ਸ਼ਬਦ ਵਰਤਿਆ। ਮਹਾਰਾਜ ਕਹਿੰਦੇ ਫਿਰ ਉਹ ਤਾਂ ਨਾ ਕੁੱਤਿਆਂ ਵਾਂਗੂ ਭੌਂਕਦੇ ਆ ਤੇ ਬਿਲ ਲਾਉਂਦੇ ਆ, ਮਰ ਜਾਂਦੇ ਆ, ਕਹਿੰਦੇ ਐਂ ਕਰਦੇ ਬਿਲਕਦੇ। ਰੀਸਾਂ ਨਹੀਂ ਕਰਨ ਦਿੰਦਾ ਮਾਲਕ। ਜਿਨ੍ਹਾਂ ਦੇ ਸਿਰ ਤੇ ਹੈਗਾ ਨਾ ਮਾਲਕ ਮਾਹੀ, ਉਹਨਾਂ ਦੀ ਰੀਸ ਨਹੀਂ ਹੋ ਸਕਦੀ। ਰਾਹ 'ਚ ਹੀ ਬਗੁੱਚੇ ਜਾਣੇ ਆ। ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ। ਸਤਿਗੁਰੂ ਦੀ ਸੇਵਾ ਕਰੇ ਬਿਨਾ, ਸਤਿਗੁਰੂ ਦੇ ਬਣੇ ਬਿਨਾ ਕਦੇ ਰੀਸਾਂ ਨਹੀਂ ਹੁੰਦੀਆਂ ਤੇ ਕਦੇ ਉਹ ਮਿਲਦਾ ਨਹੀਂ ਮਾਲਕ। ਮਨਮੁਖ ਭੌਂਕ ਮੂਏ ਬਿਲ ਲਾਈ, ਦੂਜੇ ਤਾਂ ਕਹਿੰਦੇ ਐਵੇਂ ਭੌਂਕਦੇ ਫਿਰਦੇ ਆ, ਮਰ ਜਾਣਗੇ ਐਂ ਭੌਂਕਦੇ ਤੜਪਦੇ, ਦੂਜਿਆਂ ਦੇ ਸੁੱਖ ਦੇਖ ਦੇਖ ਤੜਫਦੇ, ਦੂਜਿਆਂ ਦੇ ਰੰਗ ਦੇਖ ਦੇਖ ਤੜਫਦੇ, ਤੇ ਗੁਰੂ ਵਾਲਿਆਂ ਨਾਲ ਤਾਂ ਮੁਕਾਬਲਾ ਕਰ ਨਹੀਂ ਸਕਦੇ, ਕਿਉਂਕਿ ਜਿਹਦਾ ਸਾਹਿਬ ਸਮਰੱਥਾ ਦਿਨੇ ਤਾਰੇ ਵਿਖਾ ਦਿੰਦਾ। ਅੱਗੇ ਸਤਿਗੁਰੂ ਕੀ ਫਰਮਾਨ ਕਰਦੇ ਆ, ਆਵਹਿ ਜਾਵਹਿ ਠੌਰ ਨਾ ਪਾਵਹਿ, ਦੁੱਖ ਮੈਂ ਦੁੱਖ ਸਮਾਈ। ਫਿਰ ਮਹਾਰਾਜ ਕਹਿੰਦੇ ਉਹਨਾਂ ਨਾਲ ਹੁੰਦਾ ਪਤਾ ਕੀ ਆ, ਜਿਹੜੇ ਐਵੇਂ ਹੀ ਨਫ਼ਰਤਾਂ ਕਰਦੇ ਆ ਸਾਧੂਆਂ ਨੂੰ, ਸੰਤਾਂ ਨੂੰ, ਗੁਰੂ ਵਾਲਿਆਂ ਨੂੰ। ਕਹਿੰਦੇ ਫਿਰ ਆਉਂਦੇ ਜਾਂਦੇ ਹੀ ਪਹਿਲਾਂ ਤਾਂ ਇੱਥੇ ਵੀ ਕੁੱਤਿਆਂ ਵਾਂਗੂ ਭੌਂਕਦੇ ਫਿਰਦੇ ਆ, ਸੰਸਾਰ 'ਚ ਵੀ ਆਵੈ ਜਾਵੈ ਠੌਰ ਨਾ ਪਾਵੈ, ਕਿਤੇ ਟਿਕਾ ਨਹੀਂ ਉਹਨਾਂ ਨੂੰ ਕਿਤੇ ਵੀ। ਦੁੱਖ ਮੈਂ ਦੁੱਖ ਸਮਾਈ, ਸਾਰਾ ਦਿਨ ਦੁਖੀ, ਦੁੱਖ ਦੇ ਉੱਤੋਂ ਦੀ ਦੁੱਖ, ਘਰੇ ਜਾਂਦੇ ਹੋਰ ਦੁੱਖ, ਬਾਹਰ ਨੂੰ ਨਿਕਲੇ ਹੋਰ ਦੁੱਖ। ਸਾਰਿਆਂ ਤੋਂ ਵੱਡਾ ਦੁੱਖ ਕਿ ਲੋਕ ਸੁਖੀ ਆ, ਇਹ ਦੁੱਖ ਝੱਲਣਾ ਬਹੁਤ ਔਖਾ। ਹਲੇ ਹੋਰ ਸਾਰੇ ਦੁੱਖ ਝੱਲ ਜਾਂਦਾ ਬੰਦਾ, ਜਿਹੜਾ ਦੂਜੇ ਦਾ ਦੁੱਖ ਆ ਨਾ ਸੁੱਖ ਦਾ, ਬਹੁਤ ਔਖਾ। ਦੂਜੇ ਦੀ ਚੜ੍ਹਦੀ ਕਲਾ, ਦੂਜੇ ਦਾ ਸੁੱਖ ਝੱਲਣਾ ਬਹੁਤ ਔਖਾ। ਮਹਾਰਾਜ ਕਹਿੰਦੇ ਆਵੈ ਜਾਵੈ ਠੌਰ ਨਾ ਪਾਵੈ, ਦੁੱਖ ਮੈਂ ਦੁੱਖ ਸਮਾਈ। ਸਾਰਾ ਦਿਨ ਦੁੱਖਾਂ ਦੇ ਵਿੱਚ ਹੀ ਪਏ ਰਹਿੰਦੇ ਆ, ਜਨਮ ਮਰਨ ਦੇ ਗੇੜ 'ਚ ਪਏ ਰਹਿੰਦੇ ਆ, ਕਿਤੇ ਵੀ ਟਿਕਾਣੀ ਨਾ ਇੱਥੇ ਨਾ ਉੱਥੇ। ਫਿਰ ਅੱਗੇ ਸਤਿਗੁਰੂ ਕੀ ਵਰਦਾਨ ਦਿੰਦੇ ਨੇ ਕਿ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਤੇ ਜਿਹੜਾ ਗੁਰੂ ਵਾਲਾ ਨਾ, ਜਿਹਨੇ ਗੁਰੂ ਧਾਰ ਲਿਆ, ਜਿਹਨੇ ਗੁਰੂ ਦੀ ਗੱਲ ਮੰਨ ਕੇ ਆਪਣਾ ਮੁੱਖ ਇੱਧਰੋਂ ਮੋੜ ਕੇ ਮਨਮੁੱਖਾਂ ਕੰਨੀਓ ਅੰਤਰਾਤਮੇ ਲਿਆਂਦਾ, ਸਾਰੇ ਕੰਮਾਂ ਤੋਂ ਮੁੜ ਕੇ ਸਿਰਫ ਕਿਰਤ ਬਿਰਤ, ਜਿਹਦੇ ਨਾਲ ਚਾਰ ਪੈਸੇ ਆਉਂਦੇ ਆ, ਜਿਹਦੇ ਨਾਲ ਬੱਚੇ ਪਾਲ ਸਕਦੇ ਆ, ਜਿਹਦੇ ਨਾਲ ਰੋਜੀ ਰੋਟੀ ਚਲਾ ਸਕਦੇ ਆ, ਉਹ ਤੋਂ ਇਲਾਵਾ ਬਾਕੀ ਟਾਈਮ ਸਾਰਾ ਗੁਰੂ ਨੂੰ ਦੇਤਾ ਕਿ ਮੈਂ ਤਪੱਸਿਆ ਹੀ ਕਰਨੀ ਆ, ਪਾਠ ਹੀ ਕਰਨਾ ਹੈ, ਜਾਪ ਹੀ ਕਰਨਾ ਹੈ, ਸਿਮਰਨ ਕਰਨਾ ਹੈ, ਧਿਆਨ ਕਰਨਾ ਹੈ। ਇਹ ਸਟੇਜਾਂ 'ਤੇ ਆ ਗਿਆ। ਮਹਾਰਾਜ ਕਹਿੰਦੇ ਗੁਰਮੁਖ ਹੋਵੈ, ਗੁਰੂ ਵੱਲ ਮੁੱਖ ਹੋਵੇ, ਸੋ ਅੰਮ੍ਰਿਤ ਪੀਵੈ। ਅੰਦਰ ਉਤਰਦਾ ਅੰਮ੍ਰਿਤ ਖੂਟਾ ਭਰਿਆ ਵਾ, ਅੰਦਰ ਕੋਈ ਟੋਟੇ ਨਹੀਂ। ਔਨਲਾਈਨ ਜੁੜਿਆ ਵਾ ਕਰਤੇ ਪੁਰਖਣ ਅੰਦਰ ਸਿਸਟਮ ਆ ਜਿਹੜਾ, ਕੋਈ ਚੀਜ਼ ਨਹੀਂ ਮੁੱਕਣ ਵਾਲੀ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਜੀਵਨ 'ਚ ਇੱਕ ਸਹਿਜਤਾ, ਇੱਕ ਟਿਕਾ, ਇੱਕ ਲੈ, ਤੇ ਉਹ ਸੱਚ ਦਾ ਪ੍ਰਕਾਸ਼ ਉਹਦੇ ਵਿੱਚ ਸਮਾ ਜਾਂਦਾ। ਬੜੀ ਚੜ੍ਹਦੀ ਕਲਾ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਮਹਾਰਾਜ ਕਹਿੰਦੇ ਇਹ ਦੁਨੀਆ ਦੇ ਲੋਕੋ, ਬਾਰੀ ਬਾਰੀ ਦੋਨੋਂ ਗੱਲਾਂ ਦਸ ਤਾਂ ਕਹਿਣੇ ਆ ਕਿ ਸਤਿਗੁਰੂ ਤੋਂ ਸੇਵੇ ਬਿਨਾ, ਸਤਿਗੁਰੂ ਦੀ ਸ਼ਰਨ ਆਇਆ ਬਿਨਾ, ਗੁਰੂ ਧਾਰਨ ਕੀਤੇ ਬਿਨਾ, ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ। ਖੜਾ ਨਹੀਂ ਛੁੱਟਣਾ। ਜੇ ਅਨੇਕ ਕਰਮ ਕਰੈ ਅਧਿਕਾਈ। ਮਹਾਰਾਜ ਕਹਿੰਦੇ ਹੋਰ ਜਿੰਨੇ ਮਰਜ਼ੀ ਕਰਮ ਕਰ ਲਿਓ, ਉਹ ਬੰਧਨ ਹੀ ਪੈਂਦੇ ਜਾਣਗੇ, ਦਿਨੋਂ ਦਿਨ ਹੋਰ ਬੰਧਨ ਪੈਂਦੇ ਜਾਣਗੇ। ਕਰਮਾਂ ਦੀ ਪੰਡ ਭਾਰੀ ਹੁੰਦੀ ਜਾਊ, ਦਿਨੋਂ ਦਿਨ ਔਖ ਵੱਧਦੀ ਜਾਣੀ ਹੈ। ਸਤਿਗੁਰੂ ਤੋਂ ਸੇਵੇ ਬਿਨਾ ਗੱਲ ਨਹੀਂ ਬਣਨੀ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਜਿੰਨੇ ਮਰਜ਼ੀ ਕਰਮ ਕਰ ਲਏ। ਕਿਹੜੇ ਕਰਮ? ਮਹਾਰਾਜ ਕਹਿੰਦੇ ਵੇਦ ਪੜ੍ਹੈ ਤੇ ਬਾਦ ਬਖਾਣ ਹੈ, ਬਿਨ ਹਰ ਪੱਤ ਗਵਾਈ। ਧਰਮ ਕਰਮ ਦੇ ਕਾਰਜ ਵੀ ਵਿੱਚ ਆ ਗਏ ਇਹਦੇ। ਜਿਹੜੀ ਹੋਰ ਗੱਲ ਆ, ਮਹਾਰਾਜ ਕਹਿੰਦੇ ਜਿਵੇਂ ਉਹ ਅੱਗੇ ਜ਼ਮਾਨਾ ਪਤਾ ਕੀ ਸੀ, ਜਿਹੜੇ ਲੋਕ ਕੁਛ ਵਿਦਵਾਨ ਕਹਾਉਂਦੇ ਆਪਦੇ ਆਪ ਨੂੰ, ਬੜਾ ਟੁਰਲਾ ਉੱਚਾ ਰੱਖਦੇ ਉਹ, ਤੇ ਵੇਦ ਪੜ੍ਹਦੇ, ਫਿਰ ਉਹ ਐਲਾਨ ਕਰ ਦਿੰਦੇ ਕਿ ਮੇਰੇ ਵਰਗਾ ਗਿਆਨੀ ਨਹੀਂ ਹੈ। ਅੱਗੇ ਰਾਜੇ ਹੁੰਦੇ, ਰਾਜੇ ਕੋਲ ਜਾ ਖੜਦੇ ਲੈ ਕੇ ਆਪਦੇ ਗ੍ਰੰਥ ਸਾਰੇ, ਕਿ ਲਿਆਓ ਤੇਰੇ ਜੇ ਕੋਈ ਰਾਜ 'ਚ ਹੈਗਾ ਮੇਰੇ ਮੁਕਾਬਲੇ ਦਾ, ਕਰਾ ਮੇਰੇ ਨਾਲ ਗੱਲਬਾਤ। ਕੋਈ ਨਾ ਕੋਈ ਆ ਵੀ ਜਾਂਦਾ,
ਫਿਰ ਸ਼ਰਤਾਂ ਇਹੋ ਜਿਹੀਆਂ ਪੁੱਠੀਆਂ ਹੁੰਦੀਆਂ ਕਿ ਮੈਂ ਸਿਰ ਕਲਮ ਕਰੂੰ ਜਿਹੜਾ ਹਾਰ ਗਿਆ। ਬਥੇਰੇ ਵਿਚਾਰੇ ਮਰ ਜਾਂਦੇ, ਕਿਸੇ ਨੂੰ ਦੇਸ ਨਿਕਾਲਾ ਮਿਲ ਜਾਂਦਾ, ਕਿਸੇ ਦੀ ਸਾਰੀ ਸੰਪਤੀ ਸਣੇ ਬੱਚੇ ਖੋਹ ਲੈਣੀ। ਇਹੋ ਜਿਹਾ ਕੁਛ ਹੋਰ ਹੀ ਚੱਲਦਾ ਸੀਗਾ। ਇਹ ਤਾਂ ਗੁਰੂ ਨਾਨਕ ਨੇ ਸੌਖਾ ਕੀਤਾ ਸਾਰੀ ਖੇਡ। ਮਹਾਰਾਜ ਕਹਿੰਦੇ ਵੇਦ ਪੜ੍ਹੈ ਤੈ ਬਾਦ ਬਖਾਣ ਹੈ, ਬਿਨ ਹਰ ਪੱਤ ਗਵਾਈ। ਕਹਿੰਦੇ ਇਹ ਕੋਈ ਗੱਲ ਹੈ ਕਰਨ ਵਾਲੀ? ਪਹਿਲਾਂ ਪੜ੍ਹੋ, ਫਿਰ ਉਹਦੇ ਤੇ ਬਾਦ ਵਿਵਾਦ ਕਰੋ। ਉਹਦੇ ਕੰਨੀ ਨਾ ਜਾਇਓ ਜਿਹਦੇ ਉਹ ਲਿਖੇ ਆ ਤੇ ਜਿਹਦਾ ਕਰਕੇ ਲਿਖੇ ਆ ਕਿ ਇਹਦੇ 'ਚ ਆਹ ਸੂਤਰ ਵੀ ਹੈ। ਤੇ ਜੇ ਉਦੋਂ ਵੇਦਾਂ ਨੂੰ ਕਿਹਾ, ਅੱਜ ਸਾਡਾ ਹਾਲ ਵੀ ਇਹੀ ਹੈ। ਬਾਣੀ ਪੜ੍ਹ ਲੜਨ ਕੰਨੀ ਵੱਧ ਤੁਰ ਪੈਂਦੇ ਆ। ਉਹ ਨਹੀਂ ਜਾਣਦੇ ਜਿਹੜਾ ਵਿੱਚ ਜਾਣਨ ਨੂੰ ਕਿਹਾ। ਮਹਾਰਾਜ ਕਹਿੰਦੇ ਵੇਦ ਪੜ੍ਹੈ ਤੈ ਬਾਦ ਬਖਾਣਾ, ਬਿਨ ਹਰ ਪੱਤ ਗਵਾਈ। ਜੇ ਉਧਰ ਸੁਰਤ ਨਾ ਕੀਤੀ ਮਾਲਕ ਕੰਨੀ, ਆਪਦੀ ਇੱਜ਼ਤ ਪੱਤ ਗਵਾ ਜਾਓਗੇ ਇੱਥੇ ਹੀ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟ ਹੈ ਗੁਰ ਸਰਨਾਈ। ਮਹਾਰਾਜ ਕਹਿੰਦੇ ਉਹ ਜੇ ਪੜ੍ਹਨਾ, ਪੜ੍ਹ ਕੇ ਸੁਣ ਕੇ ਉਹ ਸੱਚੇ ਸਤਿਗੁਰੂ ਦੀ ਸ਼ਰਨ ਆ ਜਾਓ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਜਿਹਦੀ ਬਾਣੀ ਸੱਚੀ ਆ। ਭੱਜ ਛੁੱਟ ਹੈ ਗੁਰ ਸਰਨਾਈ। ਕਹਿੰਦੇ ਭੱਜ ਕੇ ਆਇਆ ਕਰੋ ਇੱਧਰ ਨੂੰ, ਤਾਂ ਖੜਾ ਛੁੱਟ ਜੂਗਾ ਗੁਰੂ ਦੀ ਸ਼ਰਨ ਆਇਆ। ਗੁਰੂ ਬੜਾ ਦਿਆਲੂ ਹੁੰਦਾ, ਗੁਰੂ ਬੜਾ ਕਿਰਪਾਲੂ ਹੁੰਦਾ। ਸਾਨੂੰ ਤਾਂ ਪਤਾ ਕੀ ਕਹਿਤਾ ਅੱਜ ਕੱਲ੍ਹ, ਆਪ ਹੀ ਫੈਸਲਾ ਕਰ ਲਿਓ। ਮੈਂ ਸ਼ੁਰੂ 'ਚ ਹੀ ਕਿਹਾ ਸੀ ਕਿ ਗੁਰੂ ਨਾਨਕ ਕਿਸੇ ਨੂੰ ਘੰਟਾ ਮਿਲੇ, ਕਿਸੇ ਨੂੰ 2 ਘੰਟੇ, ਦੁਬਾਰੇ ਆਏ ਤਾਂ ਹੈ ਨਹੀਂ ਸੀ ਵੀ ਵੀਡੀਓ ਕਾਲ ਰਾਹੀਂ ਸਮਝਾ ਦਿੰਦੇ ਹੋਣਗੇ। ਬਾਅਦ 'ਚ ਜਿਹੜੀ ਗੱਲ ਸਮਝਾਉਣ ਵਾਲੀ ਸੀ ਇੱਕ ਵਾਰੀ ਸਮਝਾਇਆ ਏ। ਤੇ ਇਹਦਾ ਮਤਲਬ ਕੋਈ ਬਹੁਤ ਸੌਖੀ ਖੇਡ ਆ। ਅੱਜ ਤਾਂ ਜਿੰਨਾ ਕੁਛ ਸੰਨ 'ਚ ਅਸੀਂ ਬਾਹਰੋਂ ਪੜ੍ਹ ਕੇ ਜੋੜ ਲਿਆ ਨਾ ਨਾਲ ਗੁਰੂ ਤੇ, ਸੰਨ 'ਚ ਗੁਰੂ ਦੇ ਮੂੰਹੋਂ ਗੱਲਾਂ ਕਹਾ ਜੋੜ ਲਈਆਂ। ਤੇ ਜਿਹਦਾ ਕਰਕੇ ਇਹ ਲੱਗਦਾ ਕੋਈ ਜੇ ਕੋਈ ਸਾਰਾ ਜ਼ੋਰ ਵੀ ਲਾ ਦੇ, ਪੂਰਾ ਜੀਵਨ ਇਸੇ ਗੱਲ ਤੇ ਹੀ ਲਾ ਦੇ, ਉਹਦੀ ਕਿਰਤ ਬਿਰਤ ਦਾ, ਉਹਦੀ ਰੋਟੀ ਪਾਣੀ ਦਾ ਪ੍ਰਬੰਧ ਕੋਈ ਹੋਰ ਕਰਦਾ ਹੋਵੇ ਤੇ ਇਸੇ ਗੱਲ ਤੇ ਲੱਗਿਆ ਰਹੇ, ਤਾਂ ਵੀ ਖੜਾ ਛੁੱਟਦਾ ਨਹੀਂ ਦਿੰਦਾ। ਕਿਉਂਕਿ ਸ਼ਰਤਾਂ ਹੀ ਇਹੋ ਜਿਹੀਆਂ ਲਾਤੀਆਂ ਅੱਜ ਕੱਲ੍ਹ ਤਾਂ। ਤੇ ਸੀ ਇੱਕ ਸੌਖਾ ਮਾਰਗ। ਮਹਾਰਾਜ ਕਹਿੰਦੇ ਕਿਰਤ ਬਿਰਤ ਕਰਦੇ ਆ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ। ਮਨੁੱਖਤਾ ਦੀ ਸੇਵਾ 'ਚ ਕੁਛ ਨਾ ਕੁਛ ਖਰਚ ਕਰ, ਆਪਣੇ ਸਵਾਸਾਂ ਦਾ ਦਸਵੰਧ ਕੱਢ, ਆਉਂਦੇ ਜਾਂਦੇ ਗੁਰੂ ਦੀ ਪਹਿਰੇਦਾਰੀ ਕਰ। ਜਦੋਂ ਅੰਦਰ ਲਿਹਾਜ਼ ਪੈ ਗਈ ਤੈਨੂੰ ਸਾਰੀਆਂ ਸੈਟਿੰਗਾਂ ਦਾ ਪਤਾ ਲੱਗ ਜਾਣਾ। ਗੱਲ ਸਿੱਧੀ ਜੀ ਆ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟੈ ਗੁਰ ਸਰਨਾਈ। ਗੁਰੂ ਦੀ ਸ਼ਰਨ ਆਓ, ਗੁਰੂ ਦੀ ਬਾਣੀ ਦੀ ਸ਼ਰਨ ਆਓ। ਬਾਣੀ ਤੋਂ ਇਲਾਵਾ ਬਾਹਰੀ ਚੀਜ਼ਾਂ ਦੇ ਵਿੱਚ ਨਾ ਉਲਝੋ। ਬਾਣੀ ਸਿੱਧਾ ਸਿੱਧਾ ਹੀ ਸਮਝਾਈ ਜਾਂਦੀ ਹੈ। ਇਦੋਂ ਸਿੱਧਾ ਤਾਂ ਕੁਛ ਹੋ ਨਹੀਂ ਸਕਦਾ ਜਿੰਨਾ ਲਿਖਿਆ ਪਿਆ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉਹ ਹਰੀ ਦੀ ਧੁਨ, ਉਹ ਰਾਮ ਦੀ ਧੁਨ ਮਨ 'ਚ ਵਸ ਜਾਂਦੀ ਆ ਨਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਉਹ ਸੱਚੇ ਦਰ ਨਾਲ ਜੁੜ ਜਾਂਦੇ ਆ। ਦਰ ਸਾਚਾ ਸਚਿਆਰਾ, ਉਹ ਸੱਚਾ ਹੀ ਦਰ ਹੈ। ਦਰ ਕਿਹੜਾ? ਆ ਸਾਰਾ ਉਹਦਾ ਜੱਗ ਸੱਚੇ ਕੀ ਹੈ ਕੋਠੜੀ, ਇਹ ਭੰਡਾਰਾ ਜਾ ਉਹਦਾ ਹੀ ਆ। ਜਿੱਥੋਂ ਜੀ ਕਰਦਾ ਜੁੜ ਜਾਓ। ਜਿੱਥੋਂ ਆਨਲਾਈਨ ਸਿਸਟਮ ਹੈ, ਜਿੱਥੇ ਵੀ ਬੈਠੇ ਹੋ, ਪੂਰੇ ਸੰਸਾਰ 'ਚ ਰੇਂਜ ਆ ਉਹਦੀ। ਜਿੱਥੇ ਬੈਠੇ ਹੋ ਕਿਤੇ ਭੱਜਣ ਦੀ ਲੋੜ ਨਹੀਂ। ਅੰਦਰ ਜਾਓ, ਅੰਦਰ ਹੈ ਉਹ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲਾ ਸੋ ਭਰਮ ਭੁਲਾਹੀ। ਆਪਦੇ ਸ਼ੌਂਕ ਨੂੰ ਕਿਤੇ ਜਾ ਆਉਣਾ, ਤੀਰਥ ਯਾਤਰਾ ਜਾ ਆਉਣਾ, ਸੈਰ ਸਪਾਟੇ 'ਤੇ ਜਾ ਆਉਣਾ, ਸ਼ੁਕਰਾਨਾ ਕਰਨ ਕਿਤੇ ਜਾ ਆਉਣਾ, ਗੁਰ ਭਾਈਆਂ ਨੂੰ, ਗੁਰੂਆਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ ਮਿਲ ਆਉਣਾ, ਵੱਖਰੀ ਖੇਡ ਆ। ਪਰ ਮਿਲਣਾ ਅੰਦਰੋਂ ਹੀ ਆ। ਜਿੱਥੇ ਹੈਗੇ ਉੱਥੇ ਹੀ ਬੈਠਿਆਂ ਨੂੰ ਕਿਰਪਾ ਉੱਥੇ ਹੀ ਹੋ ਜਾਣੀ ਆ। ਜੁੜੋ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜਿਨ੍ਹਾਂ ਨੇ ਇਹ ਗੱਲ ਸਮਝ ਲਈ ਕਿ ਮੇਰਾ ਮਾਲਕ ਸਾਰੇ ਸੰਸਾਰ ਦਾ ਪਿਤਾਮਾ, ਪਿਤਾ, ਹਰ ਥਾਂ ਹਾਜ਼ਰ ਨਾਜ਼ਰ ਹੈ। ਉਹ ਇੱਕ ਹੈ, ਇੱਕੋ ਹੀ ਆ। ਉਹਦਾ ਨਾਮ ਲੈਣ ਵਾਲੇ ਅਨੇਕਾਂ ਹੋ ਸਕਦੇ ਆ, ਪਰ ਉਹ ਪਰਮ ਸੱਤਾ ਇੱਕ ਦੀ ਹੈ। ਤੇ ਜਿਹੜੇ ਜਾਣ ਲੈਂਦੇ ਆ, ਮਹਾਰਾਜ ਕਹਿੰਦੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਜੁਗ ਪਲਟ ਜਾਂਦੇ ਆ, ਉਹਨਾਂ ਦੀ ਸੋਭਾ ਨਹੀਂ ਪਲਟਦੀ। ਕੋਈ ਨਾ ਮੇਟਣ ਹਾਰਾ, ਕੋਈ ਮੇਟ ਹੀ ਨਹੀਂ ਸਕਦਾ ਉਹਨਾਂ ਦੀ ਸੋਭਾ ਨੂੰ, ਜਿਨ੍ਹਾਂ ਨੇ ਇੱਕ ਮਿਕਤਾ ਪਰਮ ਪਿਤਾ ਨਾਲ ਕਰ ਲਈ, ਆਪਣੇ ਗੁਰੂ ਨਾਲ ਕਰ ਲਈ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾ ਕੇ ਠੱਪਾ ਲਾਤਾ ਸਤਿਗੁਰੂ ਨੇ ਕਿ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ। ਗੁਰੂ ਸਾਹਿਬ ਕਹਿੰਦੇ ਸਦਾ ਹੀ, ਆਏ ਨਹੀਂ ਹੈ ਕਦੇ ਬਲਿਹਾਰੀ ਜਾਵਾਂ ਕਦੇ ਨਾ ਜਾਵਾਂ। ਨੋ ਨਾਨਕ ਤਿਨ ਕੈ ਸਦ ਬਲਿਹਾਰੈ। ਸਦਾ, ਜਿੰਨਾ ਚਿਰ ਸਿਰਾ ਨਹੀਂ ਲੱਗਦਾ।
ਜਦੋਂ ਇੱਕਮੇਕੀ ਹੋ ਗਏ ਪਰਮਾਤਮਾ ਨਾਲ, ਫਿਰ ਤਾਂ ਗੱਲ ਹੀ ਖਤਮ ਹੈ। ਨਾਨਕ ਤਿਨ ਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰ ਧਾਰਾ। ਜਿਨ੍ਹਾਂ ਨੇ ਹਰੀ ਨੂੰ, ਉਰ ਹੁੰਦਾ ਹਿਰਦਾ, ਹਿਰਦੇ 'ਚ ਧਾਰਨ ਕਰ ਲਿਆ। ਆਪ ਹੀ ਦੇਖ ਲਓ, ਲਿਖ ਕੇ ਕੀ ਦਿੱਤਾ ਤੇ ਅਸੀਂ ਕਰਦੇ ਕੀ ਹਾਂ। ਲਿਖ ਲਿਖ ਕੇ ਦਿੱਤਾ, ਧਾਰਨ ਕਰਨਾ ਕੀ ਆ, ਜਪਣਾ ਕੀ ਆ, ਧਿਆਉਣਾ ਕੀ ਆ। ਨਾ ਅਸੀਂ ਉਹ ਗੱਲ ਨੂੰ ਧਿਆਉਣੇ ਆ, ਨਾ ਜਪਦੇ ਆ, ਕੱਲਾ ਪੜ੍ਹਦੇ ਆ ਤੇ ਉਦੋਂ ਬਾਅਦ ਅਰਥ ਕੋਲੋਂ ਕਰਦੇ ਆ। ਜਿਹੜੇ ਜਿਹੜੇ ਸੂਤਰ ਲਿਖਿਆ, ਨਾ ਤਾਂ ਉਵੇਂ ਅਸੀਂ ਜਪਦੇ ਆ, ਨਾ ਉਵੇਂ ਚੇਤੇ ਰੱਖਦੇ ਆ, ਨਾ ਉਵੇਂ ਧਿਆਉਣੇ ਆ। ਤੇ ਬੇੜਾ ਪਾਰ ਉਦੋਂ ਹੋਣਾ ਜਦੋਂ ਗੁਰੂ ਦੀ ਲਿਖੀ ਬਾਣੀ ਨੂੰ ਉਵੇਂ ਜਿਵੇਂ ਹੂਬਹੂ ਮੰਨ ਕੇ ਹਿਰਦੇ 'ਚ ਧਾਰਾਂਗੇ। ਨਾਨਕ ਤਿਨ ਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰ ਧਾਰਾ। ਹਰ ਗੁਰੂ ਨੂੰ ਪਤਾ ਨਾ ਮੇਰੇ ਸਿੱਖਾਂ ਨੂੰ ਲੋੜ ਕਿਹੜੀ ਗੱਲ ਦੀ ਆ, ਕਿਹੜੇ ਸੈਂਟਰ ਦੀ ਚਾਬੀ ਹੈ ਇਹ। ਫਿਰ ਉਹੀ ਖੁੱਲੂਗਾ। ਪਹਿਲਾਂ ਲੋੜਾਂ ਪੂਰੀਆਂ ਹੋਣਗੀਆਂ ਸਾਰੀਆਂ, ਫਿਰ ਅਗਲਾ ਰਾਹ ਗੁਰੂ ਦੱਸੂਗਾ। ਹੁਣ ਸਾਡੇ ਤਾਂ ਹਾਲ ਇਹ ਆ, ਅਸੀਂ ਵਿਚਾਰੇ ਫਿਰਦੇ ਕਿਸੇ ਹੋਰ ਹਾਲਾਤਾਂ 'ਚ ਆ, ਕਰਦੇ ਕੁਛ ਹੋਰ ਆ। ਚਾਬੀ ਸਹੀ ਜਿੰਦਰੇ ਦੀ ਸਹੀ ਥਾਂ ਲਾਉਂਦੇ ਨਹੀਂ। ਭੰਡਾਰ ਅੰਦਰ ਪਏ ਹੁੰਦੇ ਆ, ਚਾਬੀ ਅਸੀਂ ਲਾਉਂਦੇ ਨਹੀਂ। ਜੇ ਅਸੀਂ ਭੁੱਖੇ ਮਰੀ ਜਾਂਦੇ ਆ, ਇਹਦਾ ਮਤਲਬ ਕਸੂਰ ਸਾਡਾ, ਕਿਉਂਕਿ ਅਸੀਂ ਉਹ ਚਾਬੀ ਲਾਈ ਨਹੀਂ ਜਿਹੜੀ ਗੁਰੂ ਨਾਨਕ ਨੇ ਕਹੀ ਸੀ, ਜਿਹੜੀ 10 ਗੁਰੂਆਂ ਨੇ ਕਹੀ ਸੀ। ਜਿਹਨੂੰ ਜਿਹੜੀ ਚਾਬੀ ਗੁਰੂ ਬਖਸ਼ਿਸ਼ ਕਰਦਾ, ਉਹਨੂੰ ਉਹੀ ਮੁਬਾਰਕ ਹੁੰਦੀ ਆ। ਸੰਤ ਮਹਾਰਾਜ ਜਤਰ ਸਿੰਘ ਮਸਤੂਆਣੇ ਵਾਲੇ ਕਿਸੇ ਦੀਵਾਨ ਦੇ ਵਿੱਚ ਕਿਸੇ ਦੇ ਘਰ ਗਏ ਸੀ। ਉੱਥੇ ਇੱਕ ਰਾਗੀ ਸਿੰਘ ਆਏ, ਬਹੁਤ ਉੱਚ ਕੋਟੀ ਦਾ ਜਥਾ ਸੀ ਉਸ ਟਾਈਮ ਦਾ, ਕੌਮ ਦਾ, ਪੰਥ ਦਾ। ਉਹ ਤੇ ਸੰਤਾਂ ਨੇ ਬੜੇ ਬਜਟ 'ਚ ਆ ਕੇ ਬੈਠੇ ਸੀ ਹਜ਼ੂਰੀ 'ਚ, ਤੇ ਰਾਗੀ ਸਿੰਘਾਂ ਨੇ ਸ਼ਬਦ ਲਾਇਆ ਕਿ ਸੰਤ ਬੈਠੇ ਆ, ਆਪਾਂ ਵੀ ਆਪਦੀ ਸਾਧਨਾ ਵਾਲਾ ਜਿਹਦੇ ਤੇ ਸਭ ਤੋਂ ਵੱਧ ਧਿਆਨ ਦਿੱਤਾ ਉਹ ਲਾਈਏ। ਬੜੇ ਪਿਆਰ ਨਾਲ ਗਾਇਆ ਉਹਨਾਂ ਨੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜਦੋਂ ਗਾ ਹਟੇ, ਸਾਰੀ ਗੱਲ ਨਿਬੜ ਗਈ, ਸਭ ਕੁਝ ਹੋ ਗਿਆ। ਕਿਉਂਕਿ ਸਾਧੂ ਆ ਜਿਹੜਾ, ਉਹਨੂੰ ਪਤਾ ਕਿ ਇਹ ਗੱਲ ਜਾਊਗੀ ਕਿੱਥੇ। ਜਿਹੜੀ ਗੱਲ ਅਸੀਂ ਬੋਲਦੇ ਆ ਨਾ ਮੂੰਹੋਂ, ਇਹ ਸ਼ਬਦ ਐਵੇਂ ਨਹੀਂ ਹੈਗੇ, ਕਿਸੇ ਦੇ ਵੀ ਕਹੇ ਵੇ, ਇਹਨਾਂ ਦੇ ਕੁਛ ਮਹਿਣੇ ਆ, ਇਹਨਾਂ ਨੇ ਜਾ ਕੇ ਕਿਤੇ ਨਾ ਕਿਤੇ ਕੁਛ ਖੋਲ੍ਹਣਾ ਹੈ। ਬੜਾ ਕੁਛ ਹੈ ਇਹਦੇ 'ਚ। ਤੇ ਉਹਨਾਂ ਦੇ ਦੇਖਿਆ ਕੁੜਤੇ, ਉਹਨਾਂ ਦੇ ਪਾਟੇ ਹੋਏ ਮੈਲੇ ਜਿਹੇ ਪਜਾਮੇ, ਉਹ ਘਸ ਕੇ ਪਾਟੇ ਪਏ ਗੋਡਿਆਂ ਕੋਲੋਂ। ਤੇ ਸੰਤਾਂ ਨੇ ਉਹਨਾਂ ਨੂੰ ਬਹਾਲਿਆ ਕੋਲੇ ਕਿ ਰਾਗਾ ਸਿਆਂ ਹੋਰ ਸੁਣਾਓ, ਠੀਕ ਹੈ? ਕਹਿੰਦੇ ਠੀਕ ਹੈ ਜੀ। ਇੰਨਾ ਕਹਿੰਦੇ ਆ ਤੁਸੀਂ ਲੀੜਾ ਕੱਪੜਾ, ਕਹਿੰਦੇ ਜੀ ਬਹੁਤ ਜ਼ਿਆਦਾ ਗਰੀਬੀ ਆ, ਉਹਦਾ ਕਾਰਨ ਕਰਕੇ ਇਸ ਤਰ੍ਹਾਂ ਗੱਲ ਆ। ਤੇ ਮਹਾਰਾਜ ਹੱਸ ਪਏ, ਕਹਿੰਦੇ ਭਾਈ ਫਿਰ ਉਹੀ ਕੁਛ ਹੋਣਾ ਨਾ ਜਿਹੜਾ ਮੰਗ ਰਹੇ ਹੋ। ਹੁਣ ਜਿਹੜਾ ਤੁਸੀਂ ਸ਼ਬਦ ਪੜ੍ਹਿਆ, ਪੂਰੇ ਧਿਆਨ ਨਾਲ, ਪੂਰੇ ਵਜਦ 'ਚ ਆ ਕੇ ਪੜ੍ਹਿਆ, ਤੁਸੀਂ ਲਿਖ ਕੇ ਦੇਈ ਜਾਂਦੇ ਹੋ ਨਾ ਕੁਦਰਤ ਨੂੰ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ। ਇਹ ਅਵਸਥਾ ਇੱਕ ਪੂਰਨ ਬ੍ਰਹਮ ਗਿਆਨੀ ਦੀ ਹੁੰਦੀ ਹੈ, ਜਿਹੜਾ ਸਭ ਕੁਛ ਤੋਂ ਲੰਘ ਚੁੱਕਿਆ, ਜਿਹਨੂੰ ਮਤਲਬ ਹੀ ਨਹੀਂ ਹੈ ਦੁਨਿਆਵੀ ਸੱਤਾ ਦੇ ਨਾਲ, ਜਿਹੜਾ ਬਾਦਸ਼ਾਹਾਂ ਤੱਕ ਨੂੰ ਝਿੜਕ ਸਕਦਾ ਕਿ ਰਾਹ ਛੱਡ। ਜਿਵੇਂ ਸਿਕੰਦਰ ਨੂੰ ਕਹਿਤਾ ਸੀ ਡਾਇਨੋਜ ਨੇ ਕਿ ਜੇ ਕੁਛ ਕਰਨਾ ਚਾਹੁੰਦਾ ਤਾਂ ਪਾਸੇ ਹਟ, ਧੁੱਪ ਆਉਣ ਦੇ, ਨੰਗਾ ਪਿਆ ਸੀ। ਉਹ ਅਵਸਥਾ ਵਾਲੇ ਲੋਕ ਕਹਿ ਸਕਦੇ ਆ ਗੱਲ ਕਿ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ। ਹੁਣ ਸੁਰਤ ਤਾਂ ਘਰੇ ਫਿਰਦੀ ਆ ਕਿ ਉੱਤੋਂ ਬਾਜੇ ਤੇ ਹੋ ਕਿੰਨੇ ਕੁ ਗਏ, ਰਸ ਨਾ ਆਊਗਾ ਕਿ ਨਹੀਂ। ਸ਼ਬਦ ਅਸੀਂ ਕਿਹੜੇ ਪੜ੍ਹਦੇ ਹਾਂ? ਗੁਰਮੁਖਾ, ਗੁਰੂ ਨਾਨਕ ਦੇ ਘਰ ਤੋਂ ਬੇਨਤੀਆਂ ਵਾਲੇ ਸ਼ਬਦ ਪੜ੍ਹਿਆ ਕਰ। ਜਾ ਤੂੰ ਮੇਰੇ ਬਲ ਹੈ ਤਾਂ ਕਿਆ ਹਮਸ਼ੰਦਾ, ਕਿਉਂਕਿ ਜਿਹੜੀਆਂ ਬ੍ਰਹਮੰਡੀ ਸ਼ਕਤੀਆਂ ਉਹ ਸਾਨੂੰ 24 ਘੰਟੇ ਵੇਖ ਰਹੀਆਂ। ਅਸੀਂ ਜਦੋਂ ਕੁਛ ਵੱਡੀ ਗੱਲ ਕਰਦੇ ਹਾਂ ਜਾਂ ਕੋਈ ਨੈਗੇਟਿਵ ਗੱਲ ਕਰਦੇ ਹਾਂ, ਸਮਝ ਲਓ ਅਸੀਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰ ਦੇ ਰਹੇ ਹਾਂ, ਪਰ ਨੋਟ ਭਰ ਫੜਾ ਰਹੇ ਹਾਂ ਲੋਕਾਂ ਨੂੰ। ਉਹਨਾਂ ਸ਼ਕਤੀਆਂ ਨੇ ਫਿਰ ਪਤਾ ਨਹੀਂ ਕਿੱਥੇ ਕਿੱਥੇ ਵਰਤਨੇ ਆ। ਬੇਨਤੀ ਕਰਿਆ ਕਰ। ਫਿਰ ਉਹਨੂੰ ਸ਼ਬਦ ਦਿੱਤਾ ਉਸ ਤਰ੍ਹਾਂ ਦਾ ਕਿ ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ, ਤੇਰੇ ਘਰੇ ਲਹਿਰਾਂ ਵਹਿਰਾਂ ਆਉਣ, ਤੂੰ ਮੰਗ ਗੁਰੂ ਨਾਨਕ ਤੋਂ। ਇਹ ਅਵਸਥਾਵਾਂ ਦੀਆਂ ਗੱਲਾਂ ਅਲੱਗ ਹੈ। ਫਿਰ ਸੋਝੀ ਆਈ ਕਿ ਜਿਹੜੀ ਵੀ ਗੱਲ ਕਹਿਣੀ ਆ
ਪਿਆਰ ਨਾਲ ਕਹਿਣੀਆਂ ਉਹਦੇ ਕੁਛ ਮਹਿਣੇ ਆ। ਇਹ ਬੜੇ ਉੱਚੀਆਂ ਬਸ ਸਾਡਾ ਰੌਲਾ ਹੀ ਇੱਥੇ ਪੈ ਗਿਆ ਕਿ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਕੱਚੀ ਪਹਿਲੀ ਵਾਲੇ ਬੱਚੇ ਲਈ ਵੀ ਕੁਛ ਸੂਤਰ ਨੇ, 5ਵੀਂ ਕਲਾਸ ਵਾਲੇ ਲਈ ਵੀ ਕੁਛ ਸੂਤਰ ਨੇ, 10ਵੀਂ ਵਾਲੇ ਲਈ ਵੀ ਆ, BA MA ਵਾਲੇ ਲਈ ਵੀ ਆ, PhD ਵਾਲੇ ਲਈ ਵੀ ਆ। ਅਤੇ ਉਹ ਤੋਂ ਹਟ ਕੇ ਜਿਹੜਾ ਦਰਸ਼ਨ ਸ਼ਾਸਤਰ 'ਤੇ ਚਲਾ ਗਿਆ, ਜਿਹੜਾ ਵਰਲਡ ਪੱਧਰ ਦੇ ਧਰਮਾਂ ਦਾ ਅਧਿਐਨ ਕਰਦਾ, ਉਹਦੇ ਲਈ ਵੀ ਸ਼ਬਦ ਆ, ਉਹਦੇ ਲਈ ਵੀ ਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਿਆ ਸੋ ਪਾਵੈ, ਨਾ ਕਿਛ ਆਏ ਵੋ ਨਾ ਕਿਛ ਜਾਏ ਵੋ, ਰਾਮ ਕੀ ਦੁਹਾਈ ਆ ਜਾ ਮੈਦਾਨ 'ਚ। ਕੁਛ ਨਹੀਂ ਹੈ ਇੱਥੇ, ਨਾ ਕੁਛ ਆਉਂਦਾ ਨਾ ਕੁਛ ਜਾਂਦਾ। ਉਹ ਸੱਤਾ ਦਿਸਦੀ ਹੈ ਜਿੱਥੇ ਮਰਜ਼ੀ ਚੱਲਦੀ ਹੈ। ਪਤਾ ਹੁੰਦਾ ਕਿ ਆਪਦੇ ਹੀ ਹੱਥ ਆ। ਬ੍ਰਹਮੰਡ ਨਾਲ, ਗੁਰੂ ਪਿਤਾ ਨਾਲ ਇੱਕਮਿਕਤਾ ਦੀਆਂ ਗੱਲਾਂ, ਬੜਾ ਕੁਛ ਆ। ਜਿੱਥੇ ਜੇ ਹੈਗੇ ਹੋ, ਜੇ ਕੱਚੀ ਪਹਿਲੀ 'ਚੋਂ ਸ਼ੁਰੂਆਤ ਕੀਤੀ ਹੈ ਤਾਂ ਕੱਚੀ ਪਹਿਲੀ ਵਾਲੇ ਸ਼ਬਦ ਹੀ ਲਓ। ਬੇਨਤੀ ਦੇ ਸ਼ਬਦ, ਪਿਆਰ ਦੇ ਸ਼ਬਦ, ਦੁਲਾਰ ਦੇ ਸ਼ਬਦ। ਹੌਲੀ ਹੌਲੀ ਸੋਝੀ ਵੱਧਦੀ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰੇ। ਬਹੁਤ ਚੜ੍ਹਦੀ ਕਲਾ ਬਖਸ਼ਿਸ਼ ਕਰ ਰਹੇ ਆ ਪਾਤਸ਼ਾਹ। ਦਿਨੋਂ ਦਿਨ ਜੋ ਥਾਟ ਦੇ ਰਹੇ ਆ, ਜੋ ਮੈਸੇਜ ਦੇ ਰਹੇ ਆ, ਬੜੇ ਕਲੀਅਰ ਕੱਟ ਆ, ਬੜੇ ਕਲੀਅਰ ਆ। ਸਤਿਗੁਰੂ ਸਿਰ 'ਤੇ ਹੱਥ ਰੱਖਣ, ਆਪਾਂ ਸਾਂਝ ਪਾਉਂਦੇ ਰਵਾਂਗੇ। ਜਿਵੇਂ ਜਿਵੇਂ ਇਹ ਬਾਕ ਆਉਂਦੇ, ਇਹ ਵੀ ਸਾਂਝ ਪਾਉਣੀ ਆ। ਉਸ ਤੋਂ ਬਾਅਦ ਇੱਕ ਆਪਾਂ ਇਕੱਲੇ ਸ਼ੁੱਧ ਅਧਿਆਤਮ ਦੇ ਜਿਹੜੇ ਉੱਚ ਕੋਟੀ ਦਾ ਸਿਸਟਮ ਹੈ, ਉਹਦੇ 'ਤੇ ਜਿਹੜੇ ਸਤਿਗੁਰਾਂ ਨੇ ਦਿੱਤੇ ਹੋਏ ਸ਼ਬਦ ਆ, ਉਹਨਾਂ ਲੋਕਾਂ ਲਈ ਜਿਹੜੇ 20-20 ਸਾਲਾਂ ਤੋਂ ਸਾਧਨਾ ਕਰੀ ਜਾਂਦੇ ਆ ਅਤੇ ਹਲੇ ਵੀ ਕੋਈ ਡਿੱਕਾ ਜਿਨ੍ਹਾਂ ਨੂੰ, ਉਹਨਾਂ ਲਈ ਆਪਾਂ ਕੁਝ ਸ਼ਬਦਾਂ 'ਤੇ ਨਾਲ ਵਿਚਾਰ ਕਰਾਂਗੇ। ਮਹਾਰਾਜ ਕਿਰਪਾ ਕਰਨਗੇ। ਜੋ ਮਹਾਰਾਜ 10ਵੇਂ ਪਾਤਸ਼ਾਹ ਇੱਥੇ ਖਜ਼ਾਨਾ ਦੇ ਕੇ ਗਏ ਆ ਨਾ, ਉਹ ਹੌਲੀ ਹੌਲੀ ਜ਼ਾਹਰ ਵੀ ਕਰਾਉਣਗੇ। ਸਿਰ 'ਤੇ ਹੱਥ ਰੱਖਣ, ਜਿਵੇਂ ਜਿਵੇਂ ਇਸ਼ਾਰਾ ਕਰ ਰਹੇ ਆਪਾਂ ਕਰਾਂਗੇ। ਰਹਿਮਤ ਕਰਨ ਸਤਿਗੁਰੂ। ਬੜਾ ਕੁਛ ਬਖਸ਼ਿਸ਼ ਕਰਕੇ ਗਏ ਆ ਦੇਸ਼ ਨੂੰ, ਕੌਮ ਨੂੰ, ਪੰਥ ਨੂੰ, ਪੂਰੇ ਵਰਲਡ ਨੂੰ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।